ਸੋ ਜਿਹੜੀ ਕੈਨੇਡਾ ਦੀ ਗਵਰਨਮੈਂਟ ਆ ਹੁਣ ਦਿਨੋਂ ਦਿਨ ਕੁਛ ਨਾ ਕੁਛ ਜਿਹੜੇ ਹੀਲੇ ਵਸੀਲੇ ਕਰ ਰਹੀ ਹੈ ਜਿਹੜੀ ਵੱਧਦੀਆਂ ਇੱਥੋਂ ਦੀ ਘਰਾਂ ਦੀਆਂ ਪ੍ਰਾਈਜ਼ਾਂ ਨੂੰ ਲੈ ਕੇ ਹੈ ਨਾ ਕਿ ਜਿਹੜੀ ਹਾਊਸਿੰਗ ਉਹਨੂੰ ਅਫੋਰਡੇਬਲ ਕੀਤਾ ਜਾ ਸਕੇ। ਹੁਣ ਕੈਨੇਡਾ ਦੇ ਵਿੱਚ ਜਿਹੜਾ ਲਿਵਿੰਗ ਕੋਸਟ ਇੰਨਾ ਕੁ ਜ਼ਿਆਦਾ ਵੱਧ ਚੁੱਕਿਆ ਹੈ ਕਿ ਸਾਰਿਆਂ ਨੂੰ ਹੁਣ ਜਿਹੜੇ ਲੋਕੀ ਹੈਗੇ ਉਹ ਸੋਚ ਰਹੇ ਇਧਰ ਕਿ ਉਹ ਪ੍ਰੋਵਿੰਸ ਚੇਂਜ ਕਰ ਲੈਣ, ਈਵਨ ਕੰਟਰੀ ਚੇਂਜ ਕਰ ਲੈਣ ਹੈ ਨਾ। ਤਾਂ ਸਰਕਾਰ ਨੂੰ ਕੁਛ ਨਾ ਕੁਛ ਜਿਹੜਾ ਹੀਲਾ ਵਸੀਲਾ ਕਰਨਾ ਪੈਂਦਾ ਕਿ ਜਿਹੜੀ ਵਧਦੀ ਹੋਈ ਲਿਵਿੰਗ ਕੋਸਟ ਨੂੰ ਕੁਛ ਘਟਾਇਆ ਜਾ ਸਕੇ ਔਰ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਜਾ ਸਕੇ। ਅਤੇ ਇਹਦੇ ਲਈ ਕੁਛ ਨਾ ਕੁਛ ਉਹ ਜਿਹੜੇ ਆਪਣੇ ਪ੍ਰਪੋਜ਼ਲ ਲਿਆਉਂਦੇ ਰਹਿੰਦੇ ਨੇ। ਤਾਂ ਜਿਹੜਾ ਰੀਸੈਂਟ ਪ੍ਰਪੋਜ਼ਲ ਲੈ ਕੇ ਆਇਆ ਉਹ ਹੈਗੇ ਗਾਰਡਨ ਸਵੀਟਸ ਦਾ। ਮੀਨਸ ਕਿ ਤੁਹਾਡੇ ਜੇ ਤੁਸੀਂ ਘਰ ਓਨ ਕਰਦੇ ਹੋ, ਤੁਹਾਡਾ ਪਿੱਛੇ ਜਿਹੜਾ ਯਾਰਡ ਕਾਫੀ ਵੱਡਾ ਹੈਗਾ ਆ, ਤਾਂ ਤੁਸੀਂ ਉੱਥੇ ਇੱਕ ਹੋਰ ਯੂਨਿਟ ਬਣਾ ਸਕਦੇ ਆ ਜਿਹਨੂੰ ਤੁਸੀਂ ਰੈਂਟਲ ਦੇ ਸਕਦੇ ਆ ਜਾਂ ਤੁਸੀਂ ਫੈਮਿਲੀ ਲਈ ਯੂਜ਼ ਕਰ ਸਕਦੇ ਆ ਵਟਸੋਐਵਰ ਹੈ ਨਾ। ਪਰ ਮੇਨ ਪ੍ਰਪੋਜ਼ਲ ਉਹਨਾਂ ਦਾ ਇਹੀ ਹੈ ਕਿ ਜਿਹੜਾ ਹੈਗਾ ਉਹਨੂੰ ਰੈਂਟ ਆਊਟ ਕੀਤਾ ਜਾ ਸਕੇ ਤਾਂ ਕਿ ਜਿਹੜਾ ਸਪਲਾਈ ਸ਼ਾਰਟੇਜ ਹੈਗੀ ਹੈ ਘਰਾਂ ਦੀ ਉਹਨੂੰ ਕੁਛ ਨਾ ਕੁਛ ਹੀਲਾ ਕਰ ਸਕੇ। ਹੁਣ ਤੁਹਾਨੂੰ ਪਤਾ ਹੀ ਹੈ ਕਿ ਜਿੰਨੀ ਰੈਂਟਲ ਡਿਮਾਂਡ ਆ ਤਾਂ ਉਹਨੂੰ ਵੀ ਕੁਛ ਨਾ ਕੁਛ ਫੁੱਲਫਿਲ ਕਰ ਸਕਦੇ ਆ। ਹੁਣ ਇਹ ਚੀਜ਼ਾਂ ਕਿੰਨਾ ਕੁ ਇੰਪੈਕਟ ਪਾਉਣਗੀਆਂ ਹਾਊਸਿੰਗ ਮਾਰਕੀਟ ਦੇ ਉੱਤੇ ਉਹ ਤਾਂ ਅਸਲ ਦੇ ਵਿੱਚ ਥੋੜ੍ਹਾ ਜਿਹਾ ਡਾਊਨ ਦਾ ਰੋਡ ਹੀ ਤੁਹਾਨੂੰ ਜਾ ਕੇ ਪਤਾ ਲੱਗਦਾ ਕਿ ਜਿਹੜਾ ਇਹ ਪਲਾਨ ਸੀ ਉਹ ਸਕਸੈਸਫੁਲ ਰਿਹਾ ਕਿ ਨਹੀਂ ਰਿਹਾ ਹੈ ਨਾ। ਪਰ ਰਾਈਟ ਨਾਓ ਜਿਹੜਾ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਕਿ ਕੋਸਟ ਦੀ ਹੈ ਨਾ ਕਿ ਕਿੰਨਾ ਕੁ ਕੋਸਟ ਹੈਗਾ ਆ, ਤਾਂ ਪਵਨ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਰੈਂਟਲ ਹੈਗੀ ਹੈ ਇਹ ਮਾਰਕੀਟ ਨੂੰ ਕਿੰਨੀ ਕੁ ਡਿਮਾਂਡ ਇਹਨੂੰ ਸੈਟਿਸਫਾਈ ਕਰ ਸਕਦੀ ਹੈ ਇਹ ਯੂਨਿਟ? ਦੇਖੋ ਮੈਂ ਵੀ ਇੱਦਾਂ ਕਿ ਨੋ ਡਾਊਟ ਦੇਖੋ ਹਰ ਇੱਕ ਚੀਜ਼ ਦਾ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ ਨਾ। ਇਸ ਚੀਜ਼ ਨੂੰ ਗਵਰਨਮੈਂਟ ਨੇ ਲੈ ਕੇ ਆਉਂਦਾ ਹੈ ਕਿ ਉਹ ਰੈਂਟਲ ਮਾਰਕੀਟ ਨੂੰ ਟੈਕਲ ਕਰਨ। ਮੋਸਟ ਇੰਪੋਰਟੈਂਟਲੀ ਉਹਨਾਂ ਨੂੰ ਇਹ ਹੈ ਕਿ ਇਹ ਇਸ ਚੀਜ਼ ਨਾਲ ਜਿਹੜਾ ਆਪਣੇ ਹਾਊਸ ਅਫੋਰਡੇਬਿਲਟੀ ਆ, ਦੇਖੋ ਇੰਟਰਸਟ ਰੇਟ ਹੁਣ ਇੰਨੇ ਵੱਧ ਗਏ ਸੀਗੇ। ਮੋਸਟਲੀ ਲੋਕਾਂ ਨੇ ਆਪਾਂ ਜਦੋਂ ਗੱਲ ਵੀ ਕੀਤੀ ਹੈ ਪਹਿਲੇ ਵੀਡੀਓ 'ਤੇ ਵੇਰੀਏਬਲ ਇੰਟਰਸਟ ਰੇਟ ਲਿਆ। ਈਵਨ ਕਿਹੜੇ ਮੌਰਗੇਜ ਬ੍ਰੋਕਰਸ ਆ ਜਿਹੜੇ ਫੀਲਡ 'ਚ 15-15 20 ਸਾਲ ਤੋਂ ਆ ਉਹਨਾਂ ਨੇ ਵੀ ਵੇਰੀਏਬਲ ਰੇਟ ਲਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਚੀਜ਼ ਹੋਊਗੀ। ਸੋ ਹੁਣ ਆਪਾਂ ਅਫੋਰਡ ਤਾਂ ਕਰਨਾ ਹੈ ਘਰ, ਸੋ ਉਹ ਸਾਰਾ ਸੋਲੂਸ਼ਨ ਦੇਖਿਆ ਜਾਵੇ ਕਿ ਉਹਦਾ ਸੀ ਗਾਰਡਨ ਸਵੀਟ ਬਣਾ ਦਿੱਤਾ ਜਾਵੇ ਕਿ ਉਹਨਾਂ ਘਰ ਦੀ ਇਨਕਮ ਵੱਧ ਜੂਗੀ, ਲਾਈਕ ਐਕਸਟਰਾ ਇਨਕਮ ਹੋ ਜੂਗੀ। ਇੱਕ ਬੈਡਰੂਮ, ਇੱਕ ਵਾਸ਼ਰੂਮ, ਇੱਕ ਕਿਚਨ, ਲਾਂਡਰੀ ਰੂਮ ਵਿੱਚ ਹੈਗਾ ਆ, ਸੈਪਰੇਟ ਯੂਨਿਟ ਆ। ਦੇਖੋ ਬੇਸਮੈਂਟ ਸਟਿਲ ਘਰ ਦੇ ਨਾਲ ਲਿੰਕ ਅਪ ਹੁੰਦੀ ਆ, ਤੁਸੀਂ ਉੱਪਰ ਰਹਿੰਦੇ ਆ ਥੱਲੇ ਬੇਸਮੈਂਟ ਹੁੰਦੀ ਆ। ਜਿਹੜੀ ਲੀਗਲ ਬੇਸਮੈਂਟ ਹੁੰਦੀ ਉਹਨਾਂ ਦੀ ਸੈਪਰੇਟ ਐਂਟਰੈਂਸ ਹੋ ਜਾਂਦੀ ਆ, ਜਿਹੜੀ ਮਤਲਬ ਕਈਆਂ ਦੀ ਥਰੂ ਗਰਾਜ ਹੁੰਦੀ। ਸੋ ਮੀਨ ਟੂ ਸੇ ਉਹ ਘਰ ਨਾਲ ਲਿੰਕ ਅਪ ਹੁੰਦੀ ਹੈ। ਗਾਰਡਨ ਸਵੀਟ ਇੱਕ ਅਲੱਗ ਚੀਜ਼ ਆ, ਬੇਸਿਕਲੀ ਇੱਕ ਅਲੱਗ ਘਰ ਆ, ਘਰ ਦੇ ਵਿੱਚ ਹੀ ਇੱਕ ਅਲੱਗ ਘਰ ਹੈਗਾ। ਸੋ ਆਪਾਂ ਲੈ ਕੇ ਚੱਲੀਏ ਕਿ ਬੇਸਮੈਂਟ ਅੱਜ ਦੀ ਡੇਟ ਵਿੱਚ ਰੈਂਟਲ ਮਾਰਕੀਟ ਲਾਈਕ ਬਹੁਤ ਜ਼ਿਆਦਾ ਹਾਈ, ਰੈਂਟਲ ਮਾਰਕੀਟ ਬਹੁਤ ਜ਼ਿਆਦਾ ਕ੍ਰੇਜ਼ੀ ਹੋ ਚੁੱਕੀ ਆ, ਰਾਈਟ? ਕਿਉਂਕਿ ਲੋਕਾਂ ਕੋਲ ਰਹਿਣ ਲਈ ਕੁਛ ਹੈ ਨਹੀਂ, ਲਾਈਕ ਇਨਵੈਂਟਰੀ ਬੜੀ ਲੋ ਆ ਅਤੇ ਲੋਕ ਜ਼ਿਆਦਾ ਆ। ਸੋ ਲਾਈਕ ਪ੍ਰਾਈਸ ਉੱਪਰੋਂ ਅਫੋਰਡੇਬਿਲਿਟੀ ਲੋਕਾਂ ਦੀ ਇੱਦਾਂ ਦੀ ਹੋ ਗਈ ਕਿ ਲੋਕਾਂ ਨੂੰ ਹੈਵ ਟੂ ਜਿਹੜੀ ਹੈਗੀ ਆ ਬੇਸਮੈਂਟ ਆਪਣੀ ਹੈਗੀ ਆ ਜਾਂ ਸੈਕੰਡ ਯੂਨਿਟ ਹੈਗਾ ਆ ਉਹ ਲਾਈਕ ਹਾਈ ਦੇਣਾ ਪੈ ਰਿਹਾ। ਆਪਾਂ ਜੇ ਮਾਰਕੀਟ ਦੇਖੀਏ, 1 ਬੈਡਰੂਮ ਐਨੀਵੇਅਰ ਫਰੋਮ $1,500 to $2,000 ਡਿਪੈਂਡ ਕਿਹੜੇ ਏਰੀਏ 'ਚ ਹੈਗਾ ਆ, ਕਿੱਦਾਂ ਦੀ ਉਹਦੀ ਕੰਡੀਸ਼ਨ ਹੈਗੀ ਆ, ਉਹ ਮਿਲ ਰਿਹਾ ਆ। ਸੋ ਆਪਾਂ ਐਵਰੇਜ ਲੈ ਕੇ ਚੱਲੀਏ ਅਰਾਊਂਡ $1,700 ਬੇਸਮੈਂਟ ਮਿਲਦੀ ਆ, ਬੇਸਮੈਂਟ ਅਪਾਰਟਮੈਂਟ ਆ। ਹੁਣ ਜੇ ਆਪਾਂ ਗੱਲ ਕਰੀਏ ਕਿ ਗਾਰਡਨ ਸਵੀਟ ਦੀ, ਇਹ ਮੇਨ ਫਲੋਰ 'ਤੇ ਆਊਂਗਾ, ਬੈਕਯਾਰਡ 'ਚ ਹੈਗਾ ਆ, ਰਾਈਟ? ਸੈਪਰੇਟ ਆ, ਤੁਹਾਡੀ ਪ੍ਰਾਈਵੇਸੀ ਹੈਗੀ ਆ, ਓਨਰ ਦੀ ਪ੍ਰਾਈਵੇਸੀ ਅਲੱਗ ਆ, ਜਿਹੜਾ ਇੱਕ ਬੰਦਾ ਰਹਿ ਰਿਹਾ ਉਹਦੀ ਪ੍ਰਾਈਵੇਸੀ ਅਲੱਗ ਆ। ਸੋ ਕਿਤੇ ਨਾ ਕਿਤੇ ਅਪਰ ਹੈਂਡ ਹੈਗਾ ਇਸ ਚੀਜ਼ ਦਾ। ਸੋ ਮੈਨੂੰ ਕੀ ਲੱਗਦਾ ਕਿ 1700 ਤੋਂ ਲੈ ਕੇ 2200 ਤੱਕ ਵੀ ਜਾ ਸਕਦਾ ਆ ਕਿ ਜਿਹੜੇ ਵੀ ਏਰੀਏ ਦੇ ਵਿੱਚ ਹੈਗਾ। ਮੰਨ ਲਓ ਤੁਸੀਂ ਮਿਸੀਸਾਗਾ 'ਚੋਂ, ਬਰੈਂਪਟਨ 'ਚੋਂ ਔਰ ਟੋਰਾਂਟੋ 'ਚ, ਕੁਝ ਹਰ ਇੱਕ ਚੀਜ਼ 'ਤੇ ਆਪਣੀ ਹਰ ਇੱਕ ਲੋਕੇਸ਼ਨ 'ਤੇ ਜਿਹੜਾ ਤੁਹਾਡਾ ਮਾਰਕੀਟ ਪ੍ਰਾਈਸ ਆ, ਮਾਰਕੀਟ ਟੈਗ ਆ, ਉਹ ਅਲੱਗ-ਅਲੱਗ ਹੁੰਦਾ ਹੈ ਨਾ। ਯੈਸ, ਉਹ ਫਰਕ ਆ। ਬਾਕੀ ਡਿਪੈਂਡ ਕਰਦਾ ਲੈਂਡ ਲੋਡ ਟੂ ਲੈਂਡ ਲੋਡ, ਬਾਕੀ ਡਿਪੈਂਡ ਕਰਦਾ ਤੁਹਾਡੀ ਨੀਡਸ 'ਤੇ। ਹੁਣ ਮੈਂ ਸਪੋਜ਼ ਕਰੋ ਕਿਤੇ ਏਰੀਏ 'ਚ ਕੰਮ ਕਰਦਾ, ਮੈਨੂੰ ਉੱਥੋਂ ਮੇਰਾ ਗਾਰਡਨ ਸਵੀਟ ਮੈਨੂੰ ਮਿਲ ਰਿਹਾ, ਉਹ ਮੈਨੂੰ ਮਿਲ ਰਿਹਾ $2,100 ਦਾ, ਜਸਟ ਸੇ ਉਹ $2,100 ਦਾ ਮਿਲਦਾ। ਮੇਰਾ ਕੰਮ ਉੱਥੋਂ 5 ਮਿੰਟ ਦੀ ਦੂਰੀ 'ਤੇ ਆ ਅਤੇ ਮੈਨੂੰ ਕੋਈ ਗਾਰਡਨ ਸਵੀਟ ਮਿਲ ਰਿਹਾ $1,800 ਦਾ, ਪਰ ਉਹ ਮੇਰੇ ਕੰਮ ਤੋਂ ਅੱਧਾ ਘੰਟਾ ਦੂਰੀ 'ਤੇ ਆ। ਸੋ ਮੈਂ $300 ਦੇ ਨਾਲ ਬੈਟਰ ਰਹੂੰਗਾ। ਸੋ ਸਾਰਾ ਮਤਲਬ ਆ ਜਾਊਗਾ ਕਿੱਥੇ ਤੁਸੀਂ ਲੈ ਰਹੇ ਆ, ਤੁਹਾਡੀ ਲੋਕੇਸ਼ਨ ਕੀ, ਤੁਹਾਡੀ ਨੈਸੈਸਿਟੀ ਕੀ ਹੈ। ਹਾਂ, ਸੋ ਆਪਾਂ ਐਵਰੇਜ ਕੈਲਕੂਲੇਟ ਕਰ ਸਕਦੇ ਹਾਂ ਕਿ ਅਬਾਊਟ $1,700 ਤੋਂ ਲੈ ਕੇ ਮੇ ਬੀ $2,100 ਤੱਕ ਤੁਹਾਡੀ ਜਾ ਸਕਦੀ, ਡਿਪੈਂਡਸ ਔਨ ਕਿਹੜੀ ਸਿਟੀ, ਕਿਹੜੀ ਲੋਕੇਸ਼ਨ ਹੈਗੀ ਹੈ। ਸੋ ਹੁਣ ਆਪਾਂ ਗੱਲ ਕਰਦੇ ਇਹਨਾਂ ਦੇ ਜਿਹੜੇ ਇੱਕ ਗਾਰਡਨ ਸਵੀਟ ਨੂੰ ਬਣਾਉਣ ਦੀ ਕੋਸਟ ਕੀ ਹੈ, ਕਿ ਕਿੰਨੇ ਕੁ ਸਾਈਜ਼ ਦਾ ਆਉਂਦਾ। ਜਿਹੜਾ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਅਬਾਊਟ ਹੈਗਾ ਕਿ ਤੁਹਾਡਾ ਜਿਹੜਾ ਐਵਰੇਜ ਬਣਦਾ ਵਾ ਸਵੀਟ ਅਬਾਊਟ ਉਹ 350 ਤੋਂ 400 ਸਕੁਅਰ ਫੀਟ ਦਾ ਹੁੰਦਾ ਹੈ ਨਾ। ਸੋ ਉਹਦੇ ਵਿੱਚ ਇੱਕ ਬੈਡਰੂਮ, ਇੱਕ ਵਾਸ਼ਰੂਮ, ਇੱਕ ਕਿਚਨ, ਥੋੜ੍ਹਾ ਮੋਟਾ ਲਿਵਿੰਗ ਸਪੇਸ ਅਤੇ ਲਾਂਡਰੀ ਵਗੈਰਾ ਵੀ ਵਿੱਚ ਨਾਲ ਦਿੱਤੀ ਜਾਂਦੀ ਹੈ ਨਾ। ਸੋ ਜਿਹੜਾ ਤਾਂ ਐਵਰੇਜ ਬਿਲਡ ਕਾਸਟ ਪਰ ਸਕੁਅਰ ਫੀਟ ਆ ਰਿਹਾ ਉਹ ਅਬਾਊਟ ਬਣ ਰਿਹਾ ਵਾ $200 ਤੋਂ $250 ਲੈ ਕੇ, ਅਤੇ ਇਹਦਾ ਟੋਟਲ ਕਾਸਟ ਜਿਹੜਾ ਦੱਸਿਆ ਜਾ ਰਿਹਾ ਵਾ। ਸੋ ਜਿਹੜਾ ਇਹਦਾ ਐਵਰੇਜ ਕਾਸਟ ਹੈਗਾ ਉਹ $75,000 ਤੋਂ ਲੈ ਕੇ ਅਰਾਊਂਡ $95,000 ਤੱਕ ਜਿਹੜਾ ਜਾ ਰਿਹਾ ਹੈਗਾ। ਅਰਾਊਂਡ ਤੁਸੀਂ ਐਵਰੇਜ ਲੈ ਕੇ ਚਲੋ 80,000 ਤੁਹਾਡਾ ਖਰਚਾ ਆ ਜਾਣਾ, 80 to 85,000 ਐਵਰੇਜ ਹੈ ਨਾ। ਤਾਂ ਉਹਦੇ ਵਿੱਚ ਤੁਹਾਨੂੰ ਇੱਕ ਬੈਡਰੂਮ, ਇੱਕ ਵਾਸ਼ਰੂਮ, ਇੱਕ ਕਿਚਨ, ਲਿਵਿੰਗ ਏਰੀਆ, ਜਿਹੜਾ ਇੱਕ ਪ੍ਰੋਪਰ ਫੁੱਲ ਯੂਨਿਟ ਮਿਲ ਜਾਂਦਾ ਹੈ ਨਾ। ਅਤੇ ਜੇ ਹੁਣ ਇਹਦੇ ਵਿੱਚ ਆਏ ਹੁੰਦਾ ਕਿ ਉਹਦੇ ਵਿੱਚ ਮੇਨ ਚੀਜ਼ ਆ ਜਾਂਦੀ ਹੈ, ਅਨਲੈਸ ਕਿ ਤੁਸੀਂ ਜਿਹੜਾ ਫੁੱਲੀ ਪੇ ਔਨ ਕਰਨਾ ਵਾ,
ਮੰਨ ਲਓ $95,000 ਤੁਹਾਡੇ ਕੋਲ ਸਿਟਿੰਗ ਅਰਾਊਂਡ ਹੈਗਾ ਵਾ, ਹੈ ਨਾ, ਤੁਸੀਂ ਫੁੱਲ ਪੇ ਆਨ ਕਰ ਦਿੰਦੇ ਹੋ ਤਾਂ ਤੁਹਾਨੂੰ ਕੋਈ ਜਿਹੜਾ ਹੈਗਾ ਉਹਦੀ ਪਾਕਟ ਜੋ ਉਸ ਤੋਂ ਬਾਅਦ ਜਿਹੜਾ ਨਹੀਂ ਦੇਣਾ ਪੈਂਦਾ। ਪਰ ਮੰਨ ਲਓ ਤੁਹਾਡੇ ਕੋਲ ਕੁਝ ਡਾਊਨ ਪੇਮੈਂਟ ਹੀ ਹੈ, ਦੇਰ ਇਜ਼ ਆਲਵੇਜ਼ ਆਪਸ਼ਨ ਟੂ ਜਿਹੜਾ ਤੁਸੀਂ ਫਾਈਨੈਂਸ ਕਰਾ ਸਕਦੇ ਹੋ, ਲਾਈਨ ਆਫ ਕ੍ਰੈਡਿਟ ਤੋਂ ਯੂਜ਼ ਕਰ ਸਕਦੇ ਹੋ, ਔਰ ਤੁਸੀਂ ਮੌਰਗੇਜ ਵੀ ਇਹਦੀ ਮਿਲ ਰਹੀ ਹੈ ਅੱਜ ਕੱਲ੍ਹ, ਹੈ ਨਾ। ਹਾਂਜੀ, ਮੌਰਗੇਜ ਦੇਖੋ ਉਹ ਤਾਂ ਲੈਂਡਿੰਗ ਆ, ਤੁਸੀਂ ਹਾਂਜੀ ਆਪਾਂ ਉਹਨੂੰ ਕਹੀਏ ਫਾਈਨੈਂਸਿੰਗ ਜ਼ਿਆਦਾ ਕਵਾਂਗੇ ਜੀ ਮੌਰਗੇਜ ਨਾਲੋਂ, ਕਿਉਂਕਿ ਬੇਸਿਕਲੀ ਜਿਹੜੀ ਛੋਟੀ ਅਮਾਊਂਟ ਹੁੰਦੀ ਉਹਦੇ ਉੱਪਰ ਹਾਂ ਤੁਸੀਂ ਆਪਣੇ ਘਰ ਦੇ ਅਗੇਂਸਟ ਬੈਂਕ ਕੋ ਜਾਓ ਤਾਂ ਮੌਰਗੇਜ ਸੈਕਿੰਡ ਲੈ ਸਕਦੇ ਆ। ਪਰ ਅੱਜ ਦੀ ਡੇਟ 'ਚ ਘਰ ਦੇ ਵਿੱਚ ਇਕੁਇਟੀ ਵੈਸੇ ਹੀ ਬੜੀ ਲੋ ਚੱਲ ਰਹੀ ਹੈ ਕਿਉਂਕਿ ਪ੍ਰਾਈਸ ਇੰਨੇ ਡਾਊਨ ਹੋ ਗਏ ਆ। ਸੋ ਬੇਸਿਕਲੀ ਜੇ ਲਾਈਨ ਆਫ ਕ੍ਰੈਡਿਟ ਨੂੰ ਯੂਜ਼ ਕੀਤਾ ਜਾਵੇ ਉਹ ਬੈਟਰ ਆ, ਤੁਹਾਡੇ ਕੋਲ ਥੋੜ੍ਹੇ ਬਹੁਤੇ ਪੈਸੇ ਪਏ ਉਹ ਬੈਟਰ ਆ, ਡਿਪੈਂਡ ਅਪੋਨ ਯੂਅਰ ਸਿਚੁਏਸ਼ਨ ਫਾਈਨੈਂਸ਼ੀਅਲ। ਹਾਂਜੀ, ਸੋ ਬੇਸਿਕਲੀ ਜੇ ਆਪਾਂ ਗੱਲ ਕਰਦੇ ਹਾਂ ਨਾ, ਜੇ ਤੁਸੀਂ ਹੁਣ ਅੱਜ ਦੀ ਮਾਰਕੀਟ ਦੇ ਵਿੱਚ ਗਾਰਡਨ ਸਵੀਟ ਵੀ ਬਣਾਉਣ ਜਾ ਰਹੇ ਆ, ਅਬਾਊਟ $85,000 ਦਾ ਤੁਹਾਡਾ ਖਰਚਾ ਹੈਗਾ ਵਾ, ਹੈ ਨਾ। ਜੇ ਉਹਦੇ ਲਈ ਤੁਸੀਂ ਲਾਈਨ ਆਫ ਕ੍ਰੈਡਿਟ ਯੂਜ਼ ਕਰਦੇ ਹੋ, ਜਿਹੜੀ ਤੁਹਾਡੇ ਕੋਲ ਲਾਈਨ ਆਫ ਕ੍ਰੈਡਿਟ ਹੈਗੀ ਹੈ, ਜਾਂ ਤੁਸੀਂ ਫਾਈਨੈਂਸਿੰਗ ਲੈਣੇ ਹੋ, ਤੁਹਾਨੂੰ ਨੰਬਰ ਦੱਸ ਦਿੰਦੇ ਆ। ਕੁਝ ਹੁਣ ਇੰਟਰਸਟ ਰੇਟ ਥੋੜ੍ਹਾ ਜ਼ਿਆਦਾ ਹੈਗਾ, ਤੁਹਾਨੂੰ ਅਬਾਊਟ 6.5% ਤੋਂ 7% ਤੱਕ ਜਿਹੜਾ ਤੁਹਾਨੂੰ ਇੰਟਰਸਟ ਪਏਗਾ ਤੁਹਾਡੀ ਲਾਈਨ ਆਫ ਕ੍ਰੈਡਿਟ 'ਤੇ, ਹੈ ਨਾ। ਪਰ ਮੈਂ ਵੀ ਇਹਦੇ ਵਿੱਚ ਇੱਕ ਹੋਰ ਚੀਜ਼ ਆ, ਤੁਹਾਨੂੰ ਹਰ ਇੱਕ ਬੰਦੇ ਦੀ ਲਾਈਨ ਆਫ ਕ੍ਰੈਡਿਟ ਮਤਲਬ ਆਪਣੇ ਬੈਂਕ ਨਾਲ ਹੁੰਦੀ ਆ। ਸੋ ਮੇਕ ਸ਼ੋਰ ਕਰੋ ਜਿੱਦਾਂ ਇੰਟਰਸਟ ਰੇਟ ਵੱਧਦਾ, ਲਾਈਨ ਆਫ ਕ੍ਰੈਡਿਟ ਦਾ ਇੰਟਰਸਟ ਰੇਟ ਵੀ ਵੱਧਦਾ ਆ। ਸੋ ਉਹ ਤੁਸੀਂ ਦੇਖੋ ਕਿ ਲਾਈਨ ਆਫ ਕ੍ਰੈਡਿਟ ਦਾ ਇੰਟਰਸਟ ਰੇਟ ਤੁਹਾਡਾ ਕਿੰਨਾ ਹੈ। ਇਹ ਵੀ ਬੜਾ ਗੁੱਡ ਪੁਆਇੰਟ ਸੀ। ਉਸ ਤੋਂ ਬਾਅਦ ਜੇ ਹੈ ਹੁਣ ਇਹਨਾਂ ਨੂੰ ਇਹ ਵੀ ਆਪਸ਼ਨ ਦਿੱਤਾ ਗਿਆ ਹੈ, ਅਸੀਂ ਗੱਲਬਾਤ ਕਰਦੇ ਸੀਗੇ ਕਿ ਜੇ ਤੁਸੀਂ ਲੈਂਡਿੰਗ ਲੈਂਦੇ ਹੋ, ਮੰਨ ਲਓ ਕੋਈ ਸੈਕਿੰਡ ਮੌਰਗੇਜ ਜਾਂ ਤੁਸੀਂ ਉੱਦਾਂ ਦੀ ਮੌਰਗੇਜ ਵਗੈਰਾ ਲੈਂਦੇ ਹੋ ਉਸ ਉੱਤੇ, ਹੈ ਨਾ, ਤੁਹਾਨੂੰ ਘੱਟੋ ਘੱਟ 10 ਤੋਂ 12% ਜਿਹੜਾ ਚਾਰਜ ਕੀਤਾ ਜਾ ਰਿਹਾ ਇੰਟਰਸਟ ਰੇਟ ਮਾਰਕੀਟ ਦੇ ਵਿੱਚ। ਸੋ ਮੇਕ ਸ਼ੋਰ ਇਹਨਾਂ ਚੀਜ਼ਾਂ ਨੂੰ ਕੈਲਕੂਲੇਟ ਕਰ ਲਿਓ ਜਦੋਂ ਵੀ ਤੁਸੀਂ ਆਪਣੀ ਇਹ ਜਿਹੜੀ ਪਰਚੇਜ਼ ਕਰਨ ਜਾ ਰਹੇ ਹੋ ਹੈਗੇ, ਹੈ ਨਾ, ਤੇ ਕਿ ਕਿੰਨਾ 10 ਤੋਂ 12% ਤੁਸੀਂ $1,00,000 ਤੇ ਪਿੱਛੇ $12,000 ਕੱਲਾ ਇੰਟਰਸਟ ਬਣ ਜਾਂਦਾ। ਸੋ ਹੁਣ ਮੇ ਵੀ ਚੀਜ਼ਾਂ ਹੋ ਸਕਦੀਆਂ ਕਿ ਤੁਹਾਡਾ ਲੈਂਡਰ ਕਿਹੜਾ ਹੈਗਾ, ਮੇ ਵੀ ਉਹਦੇ ਦੇਰ ਕੁਡ ਬੀ ਅ ਲੈਂਡਿੰਗ ਫੀਸ ਇਨਵੋਲਵਡ, ਉਸ ਤੋਂ ਬਾਅਦ ਲਾਇਰ ਦੇ ਖਰਚੇ, ਹੈ ਨਾ। ਸੋ ਅਪਰੋਕਸੀਮੇਟਲੀ ਜਿਹੜਾ ਖਰਚਾ ਹੈਗਾ ਅਬਾਊਟ $100,000 ਤੱਕ ਈਜ਼ੀ ਲਾ ਕੇ ਚੱਲੋ, ਹੈ ਨਾ। ਤੁਸੀਂ ਪਲੈਨਿੰਗ ਕਰਨੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਇੱਦਾਂ ਹੁੰਦਾ ਵੀ ਆਪਾਂ ਕੋਈ ਚੀਜ਼ ਕਰਦੇ ਹਾਂ, ਆਪਾਂ ਕਰਦੇ ਹਾਂ ਬੈਟਰਮੈਂਟ ਲਈ, ਪਰ ਆਪਾਂ ਪਲਾਨ ਨਹੀਂ ਕੀਤਾ ਹੁੰਦਾ, ਬਾਅਦ ਵਿੱਚ ਸਾਨੂੰ ਹੋਰ ਸਟ੍ਰੈਸ ਆ ਜਾਂਦਾ ਕਿਉਂਕਿ ਆਪਾਂ ਉਹ 'ਚ ਮੈਸਡ ਅਪ ਹੋ ਜਾਂਦੇ ਹਾਂ। ਮੇਕ ਸ਼ੋਰ ਪਲਾਨ ਕਰੋ, ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਬਹਿ ਜਾਓ, ਰੀਅਲ ਸਟੇਟ ਏਜੰਟ ਨਾਲ ਬਹਿ ਜਾਓ, ਮੌਰਗੇਜ ਬ੍ਰੋਕਰ ਨਾਲ ਬਹਿ ਜਾਓ, ਪੀਪਲ ਹੂ ਹੈਵ ਨੌਲੇਜ। ਸੋ ਹੁਣ ਇਹਦੀ ਤਾਂ ਆਪਾਂ ਗੱਲ ਕਰ ਲਈ ਕਿ ਆਪਾਂ ਨੂੰ ਚਲੋ ਬੈਂਕ ਦਾ ਵੀ ਪ੍ਰਪੋਜ਼ਲ, ਆਪਣਾ ਗਵਰਨਮੈਂਟ ਦਾ ਵੀ ਪ੍ਰਪੋਜ਼ਲ ਸੀ ਕਿ ਤੁਹਾਡੇ ਜਿਹੜੀ ਇਹ ਯੂਨਿਟ ਆ ਤੁਹਾਡੀ ਆਪਣੀ ਬੈਕਯਾਰਡ ਯੂਨਿਟ ਜਿਹੜੀ ਗਾਰਡਨ ਸਵੀਟ ਜਿਹਨੂੰ ਕਹਿ ਰਹੇ ਹਾਂ। ਸੋ ਬੈਂਕ ਆਪਣਾ ਗਵਰਨਮੈਂਟ ਦਾ ਵੀ ਇਹ ਪ੍ਰਪੋਜ਼ਲ ਸੀ ਕਿ ਜਿਹੜਾ ਗਾਰਡਨ ਸਵੀਟ ਆ ਤੁਹਾਡੀ ਹੈਲਪ ਕਰੇਗਾ ਤੁਹਾਡੀ ਲਿਵਿੰਗ ਕਾਸਟ ਨੂੰ ਥੱਲੇ ਲੈ ਕੇ ਆਉਣ ਲਈ, ਹੈ ਨਾ। ਪਰ ਇਹਦੇ ਨਾਲ ਹਮੇਸ਼ਾ ਚਲੋ ਜਿਹੜਾ ਇਹ ਤਾਂ ਮੰਨ ਸਕਦੇ ਹਾਂ ਕਿ ਹਾਂ ਤੁਹਾਨੂੰ ਕੁਛ ਰੈਂਟਲ ਇਨਕਮ ਹੋਰ ਜਨਰੇਟ ਹੋ ਜਾਏਗੀ, ਹੈ ਨਾ। ਉਸ ਤੋਂ ਇਲਾਵਾ ਪਰ ਇਹਦੇ ਨਾਲ ਇਹਦੇ ਕੁਛ ਨਾ ਕੁਛ ਜਿਹੜੀ ਵੀ ਕੋਈ ਚੀਜ਼ ਪ੍ਰਪੋਜ਼ ਕੀਤੀ ਜਾਂਦੀ ਤੇ ਕੁਛ ਨਫੇ ਵੀ ਹੁੰਦੇ, ਕੁਛ ਨੁਕਸਾਨ ਵੀ ਹੁੰਦੇ ਆ। ਹੁਣ ਜੇ ਇਹਨਾਂ ਇਹ ਚੀਜ਼ ਦੇ ਨੁਕਸਾਨ ਦੀ ਗੱਲ ਕੀਤੀ ਜਾਈਏ ਤਾਂ ਉਹਦੇ ਬਾਰੇ ਕੁਛ ਜ਼ਿਆਦਾ ਚਰਚਾ ਨਹੀਂ ਕੀਤੀ ਜਾ ਰਹੀ ਕਿ ਹਾਂ ਜੇ ਤੁਸੀਂ ਇੱਦਾਂ ਦੀ ਗਾਰਡਨ ਸਵੀਟ ਜਿਹੜੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਪ੍ਰਪੋਜ਼ਲ ਲੈ ਕੇ ਆ ਰਹੇ ਹੋ, ਇਹ ਅਸਲ 'ਚ ਨੁਕਸਾਨ ਵੀ ਕੀ ਕਰ ਸਕਦੀ ਆ। ਆਪਾਂ ਗੱਲ ਕਰ ਰਹੇ ਸੀ ਜਿੱਦਾਂ ਤਾਂ ਹੁਣ ਜੇ ਆਪਾਂ ਸ਼ੇਅਰ ਕਰਨਾ ਹੋਵੇ ਤਾਂ ਤੁਹਾਨੂੰ ਕੀ ਲੱਗਦਾ ਕਿ ਕੀ ਨੁਕਸਾਨ ਵੀ ਹੋ ਸਕਦੇ ਚੀਜ਼ ਦੇ? ਦੇਖੋ ਮੈਂ ਵੀ ਨੁਕਸਾਨ ਦਾ ਗੱਲ ਇੱਦਾਂ, ਆਪਾਂ ਤੁਹਾਡੀ ਗੱਲ ਸਹੀ ਹੈ, ਆਪਾਂ ਗ੍ਰੇ ਏਰੀਅਸ ਦੀ ਕਦੇ ਗੱਲ ਨਹੀਂ ਕਰਦੇ ਨਾ। ਜਦੋਂ ਵੀ ਕੋਈ ਵੀ ਚੀਜ਼ ਆਉਂਦੀ ਆ ਤਾਂ ਉਹਦਾ ਨੁਕਸਾਨ ਵੀ ਹੁੰਦਾ ਹੈ ਕੁਛ ਨਾ ਕੁਛ। ਆਪਾਂ ਜਦੋਂ ਆਪਾਂ ਘਰ ਲੈਂਦੇ ਹਾਂ, ਆਪਾਂ ਸ਼ਾਇਦ ਆਪਾਂ ਵੀਡੀਓ ਬਣਾਈ ਸੀ ਕਿ ਪ੍ਰਾਈਡ ਲਾਈਕ ਹੋਮ ਓਨਰਸ਼ਿਪ ਦਾ ਪ੍ਰਾਈਡ ਹੁੰਦਾ ਹੈ ਨਾ ਆਪਣਾ। ਅਤੇ ਇੱਕ ਟਾਈਮ ਹੁੰਦਾ ਸੀ ਉਦੋਂ ਆਪਾਂ ਘਰ ਲੈਂਦੇ ਸੀਗੇ, ਆਪਾਂ ਉਹਨੂੰ ਲਾਈਕ ਹਮੇਸ਼ਾ ਰੱਖਦੇ ਸੀ ਆਪਣੇ ਕੋਲ, ਆਪਾਂ ਉਹਨੂੰ ਫਲਿੱਪ ਨਹੀਂ ਕਰਦੇ ਸੀ, ਆਪਾਂ ਨਾ ਵੇਚਦੇ ਸੀਗੇ। ਉਹਦੇ ਵਿੱਚ ਆਪਣੀ ਮੈਮਰੀਜ਼ ਹੁੰਦੀਆਂ ਸੀ ਫੈਮਿਲੀ ਦੀਆਂ। ਹੌਲੀ ਹੌਲੀ ਚਲੋ ਟਰੈਂਡ ਆ ਗਿਆ ਕਿ ਬੇਸਮੈਂਟ ਬਣ ਗਈ, ਬੇਸਮੈਂਟ ਆਪਾਂ ਰੈਂਟ 'ਤੇ ਦੇਣੀ ਸ਼ੁਰੂ ਕਰਤੀ। ਹੁਣ ਡੈਟਸ ਓਕੇ ਬਿਕੋਜ਼ ਆਪਾਂ ਨੂੰ ਹੁੰਦਾ ਕਈ ਵਾਰ ਕਿ ਘਰ 'ਚ 2 ਬੰਦੇ ਕੰਮ ਕਰ ਰਹੇ ਆ, ਇੱਕ ਬੰਦਾ ਕੰਮ ਕਰਨਾ ਬੰਦ ਕਰ ਗਿਆ, ਸੋ ਆਪਾਂ ਅਫੋਰਡ ਕਰਨਾ ਆ। ਹੁਣ ਸਿਚੁਏਸ਼ਨ ਆ ਗਈ, ਇੰਟਰਸਟ ਰੇਟ ਵੱਧ ਗਿਆ ਆ, ਕਿੰਨਾ ਕੁਛ ਹੋਇਆ ਪਿਛਲੇ 2-3 ਸਾਲਾਂ 'ਚ, ਕੋਵਿਡ ਤੋਂ ਬਾਅਦ ਸਪੈਸ਼ਲੀ। ਗਵਰਨਮੈਂਟ ਨੇ ਕਿਹਾ ਓਕੇ ਯੂ ਨੋ ਵਾਟ ਗਾਰਡਨ ਸਵੀਟ ਤੁਸੀਂ ਬਣਾ ਸਕਦੇ ਆ, ਰੈਂਟਲ ਲਈ ਵਧੀਆ ਆ। ਦੇਖੋ ਇਹ ਚੀਜ਼ਾਂ ਅਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਤੁਸੀਂ ਆਪਾਂ ਪੋਡਕਾਸਟ ਕਰ ਰਹੇ ਹਾਂ, ਹੋਰ ਹਰ ਬੰਦਾ ਆਪਣਾ ਕੋਈ ਬਲੌਗ ਬਣਾਈ ਬੈਠਾ, ਕੋਈ ਚੈਨਲ ਬਣਾਈ ਬੈਠਾ ਕਿ ਇੱਦਾਂ ਹੋਣਾ ਚਾਹੀਦਾ, ਉੱਦਾਂ ਹੋਣਾ ਚਾਹੀਦਾ। ਫਿਰ ਕਈ ਲੋਕ ਇਕੱਠੇ ਹੋ ਕੇ ਜਿਹੜੇ ਪਾਵਰ 'ਚ ਹੁੰਦੇ ਆ ਉਹ ਗਵਰਨਮੈਂਟ ਨੂੰ ਕੋਈ ਪ੍ਰਪੋਜ਼ ਕਰ ਦਿੰਦੇ ਆ, ਉਹ ਗਵਰਨਮੈਂਟ ਉਹਨੂੰ ਪਾਸ ਕਰ ਦਿੰਦੀ ਆ। ਬੈਕ ਸਾਈਡ 'ਤੇ ਕੀ ਹੁੰਦਾ ਸਾਨੂੰ ਨਹੀਂ ਪਤਾ। ਹੁਣ ਗਾਰਡਨ ਸਵੀਟ ਵਿੱਚ ਬੈਕ ਸਾਈਡ 'ਤੇ ਕੀ ਹੋਇਆ ਲੋਕਾਂ ਨੂੰ ਨਹੀਂ ਪਤਾ ਕਿ ਉਹ ਪ੍ਰਪੋਜ਼ਲ ਕਿਸ ਲੈਵਲ 'ਤੇ ਦਿੱਤਾ ਗਿਆ, ਕਿੰਨੇ ਟਾਈਮ ਤੋਂ ਚੱਲਦਾ ਰਿਹਾ, ਲਾਈਕ ਅਪਰੂਵ ਕਰ ਦਿੱਤਾ ਗਿਆ, ਰਾਈਟ। ਹੁਣ ਦੇਖੋ ਹੁਣ ਘਰ ਦੇ ਵਿੱਚ ਤੁਸੀਂ ਆਪਾਂ ਕੈਨੇਡਾ ਦੇ ਵਿੱਚ 6 ਮਹੀਨੇ ਇੱਦਾਂ ਦੇ ਹੁੰਦੇ ਜਿੱਥੇ ਆਪਾਂ ਆਪਣੀ ਫੈਮਿਲੀ ਨਾਲ ਪਿੱਛੇ ਬਹਿੰਦੇ ਹਾਂ, ਬਰਥਡੇ ਮਨਾਉਂਦੇ ਹਾਂ, ਪਾਰਟੀਜ਼ ਕਰਦੇ ਹਾਂ। ਬਰਥਡੇ ਪਾਰਟੀ ਨਹੀਂ ਵੀ ਹੈਗੀ, ਅਸੀਂ ਜਸਟ ਵੈਸੇ ਬਹਿ ਜਾਂਦੇ ਹਾਂ ਕਿਉਂਕਿ ਦੇਖੋ 6 ਮਹੀਨੇ ਤਾਂ ਆਪਾਂ ਇੱਥੇ ਕਾਈਂਡ ਆਫ ਇੱਕ ਇੱਦਾਂ ਦੀ ਲਾਈਫ ਹੁੰਦੀ ਜਦੋਂ ਆਪਾਂ 6 ਮਹੀਨੇ ਤੋਂ 3 ਮਹੀਨੇ ਸੂਰਜ ਨਹੀਂ ਨਿਕਲਦਾ, ਹੈ ਨਾ। ਹੁਣ ਉਹ ਤੁਸੀਂ ਪਿੱਛੇ ਬਹਿਣਾ ਵਾਲਾ ਸਾਰਾ ਸਿਸਟਮ ਸੀਗਾ, ਹੁਣ ਪਿੱਛੇ ਤੁਸੀਂ ਗਾਰਡਨ ਸਵੀਟ ਬਣਾਉਣ ਲੱਗ ਪਏ, ਵਿਚ ਇਜ਼ ਗੁੱਡ ਕਿ ਅੱਜ ਦੀ ਡੇਟ ਵਿੱਚ ਅਫੋਰਡੇਬਿਲਿਟੀ ਬਹੁਤ ਜ਼ਿਆਦਾ ਲਾਈਕ ਇੱਦਾਂ ਦਾ ਟਾਈਮ ਆਇਆ ਜਿਹਦੇ ਵਿੱਚ ਆਪਾਂ ਨੂੰ ਡਰ ਹੁੰਦਾ ਐਵਰੀ ਡੇ। ਬੜੇ ਤੋਂ ਬੜਾ ਬੰਦਾ ਜਿਹੜਾ ਕਿ ਬਹੁਤ ਵਧੀਆ ਪੈਸੇ ਬਣਾ ਰਿਹਾ ਉਹ ਵੀ ਸਟਿਲ ਇਨਸਿਕਿਉਰ ਹੋ ਗਿਆ ਕਿਉਂਕਿ ਗਵਰਨਮੈਂਟ ਦੀਆਂ ਪੋਲਿਸੀਜ਼ ਵੀ ਇੱਦਾਂ ਦੀਆਂ ਹੋਈਆਂ, ਕੋਵਿਡ ਆ ਗਿਆ, ਮਿਕਸਅਪ ਹੋ ਗਿਆ ਸਾਰਾ ਕੁਛ। ਹੁਣ ਗਾਰਡਨ ਸਵੀਟ ਆ ਗਿਆ,
ਪਰ ਤੁਸੀਂ ਆਪਣੀ ਜਿਹੜੀ ਤੁਹਾਡੀ ਲਾਈਫ ਦੀ ਇੰਜੋਇਮੈਂਟ ਸੀ ਉਹ ਕਿੱਥੇ ਗਈ? ਤੁਹਾਡੇ ਬੱਚੇ ਹੈਗੇ ਆ, ਤੁਹਾਡੇ ਮਦਰ ਫਾਦਰ, ਤੁਹਾਡੇ ਤੁਸੀਂ ਉਹ ਇਕੱਠੇ ਹੁੰਦੇ ਸੀ ਬੈਕਯਾਰਡ 'ਚ, ਉਹ ਕਲਚਰ ਹੁੰਦਾ ਸੀ ਇੱਕ ਬੈਕਯਾਰਡ ਦਾ ਨਾ, ਪੈਟੀਓ ਕਲਚਰ ਹੁੰਦਾ ਸੀ, ਤੁਸੀਂ ਪਿੱਛੇ ਲਾਈਕ ਬਾਰਬੀਕਿਊ ਕਰਨਾ, ਉਹ ਕਿੱਥੇ ਜਾਊਗਾ ਹੁਣ ਤੁਸੀਂ ਆਪਣੇ ਫੈਮਿਲੀ ਨੂੰ ਟਾਈਮ ਕਿੱਥੇ ਦੇ ਪਾਓਗੇ? ਹੁਣ ਤੁਸੀਂ ਠੀਕ ਆ, ਤੁਸੀਂ ਬਾਹਰ ਜਾ ਸਕਦੇ ਆ ਹੈ ਨਾ, ਤੁਸੀਂ ਬੀਚ 'ਤੇ ਚਲੇ ਗਏ ਜਾਂ ਕਿਤੇ ਘੁੰਮਣ ਚਲੇ ਗਏ, ਪਰ ਉਹ ਤੁਸੀਂ ਹਫ਼ਤੇ 'ਚ ਇੱਕ ਅੱਧੀ ਵਾਰ ਕਰਦੇ ਆ ਜਾਂ ਮਹੀਨੇ 'ਚ 2-3 ਵਾਰ ਕਰਦੇ ਆ। ਐਵਰੀ ਡੇ ਤੁਸੀਂ ਪਿੱਛੇ ਹੁਣ ਬਹਿੰਦੇ ਹੁੰਦੇ ਸੀ, ਹੁਣ ਪਿੱਛੇ ਗਾਰਡਨ ਸਵੀਟ ਆ ਗਿਆ, ਹੁਣ ਤੁਸੀਂ ਉਹਨਾਂ ਨੂੰ ਐਗਰੀਮੈਂਟ ਪਾ ਦੋਗੇ ਜੀ ਤੁਸੀਂ ਬੈਕਯਾਰਡ ਯੂਜ਼ ਨਹੀਂ ਕਰ ਸਕਦੇ। ਪਹਿਲੇ ਤਾਂ ਉੱਥੇ ਕੌਨਫਲਿਕਟ ਹੋਣਾ ਕਿਉਂਕਿ ਉਹ ਰਹੀ ਬੈਕਯਾਰਡ 'ਚ ਰਹੇ ਆ, ਪਲੱਸ ਉਹ ਇੱਕ ਤੁਹਾਡਾ ਵਿਊ ਹੁੰਦਾ ਘਰ ਦਾ ਉਹ ਜਾਂਦਾ ਲੱਗਿਆ। ਹੁਣ ਤੁਸੀਂ ਗੱਲ ਕਰਦੇ ਆ ਘਰ ਦੀ ਵੈਲਿਊ ਵੱਧ ਗਈ, ਆਪਾਂ ਦੇਖਦੇ ਹਾਂ ਨਾ ਸੋਸ਼ਲ ਮੀਡੀਆ 'ਤੇ ਜੀ ਘਰ ਦੀ ਵੈਲਿਊ ਵਧੂਗੀ ਹੈ ਨਾ, $70,000 ਪਾ ਕੇ $80 ਪਾ ਕੇ ਘਰ ਦੀ ਵੈਲਿਊ 2 ਲੱਖ ਵੱਧ ਜੂਗੀ। ਆਪਾਂ ਗੱਲ ਕਰ ਰਹੇ ਸੀ ਅਫੋਰਡੇਬਿਲਿਟੀ ਦੀ, ਘਰ ਤਾਂ ਹੋਰ ਅਨਅਫੋਰਡੇਬਲ ਹੋ ਰਹੇ ਆ। ਅੱਜ ਤੁਸੀਂ ਤਾਂ ਇੱਥੇ ਹੈਗੇ ਆ ਕੈਨੇਡਾ ਦੇ ਵਿੱਚ, ਆਪਾਂ ਗੱਲ ਕਰਦੇ ਹਾਂ ਇਮੀਗ੍ਰੈਂਟ ਆਉਣੇ ਚਾਹੀਦੇ, ਆਪਣੀ ਕਮਿਊਨਿਟੀ ਵਧਣੀ ਚਾਹੀਦੀ ਆ। ਜਿਹੜੇ ਇਮੀਗ੍ਰੈਂਟ ਤੁਸੀਂ ਪਿੱਛੋਂ ਲੈ ਕੇ ਆ ਰਹੇ ਆ ਉਹਨਾਂ ਲਈ ਅਫੋਰਡੇਬਿਲਿਟੀ ਲਈ ਆਪਾਂ ਕੀ ਕਰ ਰਹੇ ਹਾਂ? ਆਪਾਂ ਗੱਲ ਤਾਂ ਬੜੀ ਕਰਦੇ ਹਾਂ ਕਿ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜਿਹੜੀ ਸਾਡੀ ਅਗਲੀ ਜਨਰੇਸ਼ਨ ਨੂੰ ਅਫੈਕਟ ਕਰੇ, ਪਰ ਮੈਨੂੰ ਲੱਗਦਾ ਕਿ ਆਪਾਂ ਕਿਤੇ ਨਾ ਕਿਤੇ ਨੈਗੇਟਿਵ ਤਰੀਕੇ ਨਾਲ ਅਫੈਕਟ ਕਰ ਰਹੇ ਹਾਂ। ਆਪਾਂ ਅੱਜ ਆਪਣੇ ਬਾਰੇ ਸੋਚ ਰਹੇ ਹਾਂ। ਤੁਸੀਂ ਬੇਸਮੈਂਟ ਦਿੱਤੀ ਹੋਈ ਹੈ, ਵੈਲ ਐਂਡ ਗੁੱਡ, ਵਿਚ ਇਜ਼ ਫਾਈਨ, ਗਾਰਡਨ ਸਵੀਟ ਠੀਕ ਆ। ਦੇਖੋ ਐਸੇ ਆਫਿਸ ਕਈ ਲੋਕ ਯੂਜ਼ ਕਰਦੇ ਹੁੰਦੇ ਸੀ ਪਹਿਲੇ ਜ਼ਮਾਨੇ 'ਚ, ਜਾਂ ਫੈਮਿਲੀ ਲਈ ਯੂਜ਼ ਕਰਦੇ ਸੀ। ਅੱਜ ਅਸੀਂ ਜੇ ਇਕੱਲੀ ਓਨਲੀ ਐਂਡ ਓਨਲੀ ਫॉर ਰੈਂਟਲ ਇਨਕਮ ਲਈ ਆਪਾਂ ਸੋਚਣ ਲੱਗ ਪਈਏ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਚੀਜ਼ ਕਿਤੇ ਨਾ ਕਿਤੇ ਇਨ ਫਿਊਚਰ ਜਦੋਂ ਇਹ ਬੜੀ ਹੋਊਗੀ ਇਹ ਨੈਗੇਟਿਵ ਹੋ ਜਾਣੀ, ਕਿਉਂਕਿ ਹਰ ਘਰ ਹੀ ਹੁਣ ਆਪਾਂ ਲਈ ਹਰ ਘਰ ਹੀ ਬਣਾਉਣਾ ਪਿਆ ਗਾਰਡਨ ਸਵੀਟ। ਪਰ ਗੱਲ ਤਾਂ ਇਹੀ ਸੀ ਨਾ ਕਿ ਆਪਾਂ ਅਸਲ 'ਚ ਦੇਖੋ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਇਹ ਗੱਲ ਹੁੰਦੀ ਕਿ ਆਪਾਂ ਕੌਂਡੋ 'ਚ ਰਹਿਣਾ ਪਸੰਦ ਨਹੀਂ ਕਰਦੇ, ਕਿ ਕੌਂਡੋ ਨਹੀਂ ਆਪਾਂ ਲੈਣਾ ਹੈਗਾ। ਤਾਂ ਮੋਸਟਲੀ ਅਸੀਂ ਕੀ ਕਰਦੇ ਸੀ, ਅਸੀਂ ਡੀਟੈਚ ਘਰ ਲੈਂਦੇ ਹੁੰਦੇ ਸੀ ਹੈ ਨਾ, ਅਤੇ ਜਿਹਦੇ ਵਿੱਚ ਆਪਾਂ ਕੀ ਯਾਰ ਤੁਹਾਨੂੰ ਥੋੜ੍ਹਾ ਕੁਛ ਨਾ ਕੁਛ ਬੈਕਯਾਰਡ ਵੀ ਚਾਹੀਦਾ, ਜਵਾਕ ਖੇਡ ਸਕਣ, ਜਵਾਕਾਂ ਨੂੰ ਵੇਖੋ ਤੁਸੀਂ ਜਵਾਕ ਸਟਰੀਟ 'ਤੇ ਤਾਂ ਲੈ ਕੇ ਨਹੀਂ ਜਾ ਸਕਦੇ। ਮੋਸਟਲੀ ਕੀ ਹੁੰਦਾ, ਜਦੋਂ ਤੁਹਾਡੇ ਕੋਲ ਛੋਟੇ ਜਵਾਕ ਹੈਗੇ, ਤੁਹਾਡੇ ਡੋਰ ਲੱਗੇ ਹੁੰਦੇ ਆ, ਤਾਂ ਜਵਾਕ ਜਿਹੜਾ ਉਹਨਾਂ ਕੋਲ ਖੇਡਣ ਲਈ ਸਿਰਫ ਬੈਕਯਾਰਡ ਹੁੰਦਾ ਹੈ। ਹੁਣ ਮੰਨ ਲਓ ਤੁਹਾਡੇ ਉੱਥੇ ਯੂਨਿਟ ਆ ਗਿਆ ਤਾਂ ਬੈਕਯਾਰਡ ਵੀ ਜਾਂਦਾ ਲੱਗਿਆ ਤੁਹਾਡੇ ਜਵਾਕਾਂ ਲਈ, ਰੋਡ 'ਤੇ ਤੁਸੀਂ ਲਿਆ ਨਹੀਂ ਸਕਦੇ, ਕੁਝ ਕੀ ਹੋਣਾ ਜਿਹੜਾ 2 ਬੰਦੇ ਉੱਥੇ 3 ਬੰਦੇ ਤੁਹਾਡੇ ਯੂਨਿਟ ਦੇ ਵਿੱਚ ਆ ਕੇ ਰਹਿਣਗੇ, ਉਹਨਾਂ ਦੀਆਂ ਵੀ ਕੱਲ੍ਹ ਨੂੰ ਗੱਡੀਆਂ ਕਾਰਾਂ ਜਿਹੜੀਆਂ ਹੈਗੀਆਂ ਉਹ ਆਉਣਗੀਆਂ। ਅਤੇ ਹੁਣ ਮੰਨ ਲਓ ਇਹ ਵੀ ਚੀਜ਼ ਹੈਗੀ ਉਸ ਦੇ ਨਾਲ ਹੁਣ ਸਿਟੀ ਦਾ ਹੁਣ ਇਹ ਪ੍ਰਪੋਜ਼ਲ ਪਤਾ ਨਹੀਂ, ਹੁਣ ਕਈ ਸਟਰੀਟਸ ਦੇ ਉੱਤੇ ਜਿਹੜੀਆਂ ਹੈਗੀਆਂ ਨੇ ਪਾਰਕਿੰਗ ਨਹੀਂ ਹੁੰਦੀ ਹੈਗੀ, ਔਰ ਪਾਰਕਿੰਗ ਵੀ ਹੁੰਦੀ ਹੈ ਆਲਰੇਡੀ ਬਹੁਤ ਜ਼ਿਆਦਾ ਕੰਜਸਟਡ ਹੁੰਦੀ ਹੈ ਕਿ ਉੱਥੋਂ ਇੱਕ ਕਾਰ ਜਿੱਥੇ 2 ਕਾਰਾਂ ਲੰਘਣ ਦੀ ਥਾਂ ਹੁੰਦੀ ਸੀ, ਹੁਣ ਤੁਸੀਂ ਬਰੈਂਪਟਨ ਦੀਆਂ ਕਈ ਸਟਰੀਟਾਂ ਦੇਖ ਸਕਦੇ ਹੋ ਜਿੱਥੇ ਕਿ 2 ਕਾਰਾਂ ਦੀ ਜਗ੍ਹਾ ਹੈਗੀ ਹੈ, ਪਰ ਉੱਥੇ ਲੋਕਾਂ ਨੇ ਪਾਰਕਿੰਗ ਕੀਤੀ ਹੋਈ ਕਰਕੇ ਤਾਂ ਉੱਥੋਂ ਇੱਕ ਕਾਰ ਇੱਕ ਟਾਈਮ 'ਤੇ ਮਸਾਂ ਲੰਘਦੀ ਹੈ ਰਾਈਟ, ਅਦਰਵਾਈਜ਼ ਤੁਹਾਨੂੰ ਥੋੜੀ ਸਾਈਡ 'ਤੇ ਪੁੱਲ ਕਰਕੇ ਦੂਸਰੀ ਕਾਰ ਨੂੰ ਲੈ ਕੇ ਜਾਣਾ ਪੈਂਦਾ ਨਾ। ਤਾਂ ਹੁਣ ਉਹ ਚੀਜ਼ ਵੀ ਬੜੀ ਇੰਪੈਕਟ ਹੁੰਦੀ। ਹੁਣ ਉਹਦਾ ਸੋਲਿਊਸ਼ਨ ਗਵਰਨਮੈਂਟ ਕੀ ਦਿੰਦੀ ਹੈ ਜਾਂ ਸਿਟੀ ਕੀ ਪ੍ਰਪੋਜ਼ ਕਰਦੀ ਆ, ਮੈਨੂੰ ਹਜੇ ਤੱਕ ਤਾਂ ਕੁਛ ਉਸ ਦੇ ਬਾਰੇ ਸੁਣਨ 'ਚ ਨਹੀਂ ਮਿਲਿਆ ਹੈਗਾ। ਪਰ ਜਿਹੜੀ ਗੱਲ ਦੀ ਮੈਂ ਗੱਲ ਕਰਦੀ, ਅਸੀਂ ਕੌਂਡੋ ਦੇ ਵਿੱਚ ਰਹਿੰਦੇ ਸੀ, ਕੌਂਡੋ ਅਸੀਂ ਲੈਣਾ ਪਸੰਦ ਨਹੀਂ ਕਰਦੇ। ਬੰਦਾ ਮੂਵ ਆਊਟ ਹੁੰਦਾ ਵਾ ਕਿ ਅਸੀਂ ਘਰ ਥੋੜ੍ਹਾ ਜਿਹਾ ਖੁੱਲ੍ਹਾ ਓਪਨ ਜਿਹੜਾ ਤੁਹਾਡਾ ਆਪਦੀ ਪ੍ਰਾਈਵੇਸੀ ਹੋਵੇ। ਮੈਂ ਡੀਟੈਚ ਘਰ ਤਾਂ ਲੈਣਾ ਕਿ ਕਿਸੇ ਨਾਲ ਕੰਧ ਸਾਂਝੀ ਨਹੀਂ ਆ, ਮੇਰੀ ਪ੍ਰਾਈਵੇਸੀ ਹੈਗੀ ਆ। ਤਾਂ ਹਾਂ ਚਲੋ ਬੇਸਮੈਂਟ ਥੱਲੇ ਆ, ਕੁਝ ਉੱਪਰਲਾ ਫਲੋਰ ਨਹੀਂ, ਬੰਦਾ ਸਾਈਡ ਤੋਂ ਨਿਕਲ ਜਾਂਦਾ ਹੈ ਨਾ। ਪਰ ਹੁਣ ਉਹ ਤਾਂ ਸਿਰਫ ਕੌਂਡੋ ਵਾਲੀ ਗੱਲ ਹੀ ਆ ਗਈ। ਮੰਨ ਲਓ ਹੁਣ ਤੁਸੀਂ ਉੱਪਰ ਯੂਨਿਟ ਦੇ ਵਿੱਚ ਰਹਿ ਰਹੇ ਹੋ, ਤੁਸੀਂ ਆਪਣੀਆਂ ਖਿੜਕੀਆਂ ਬਾਰੀਆਂ ਖੁੱਲ੍ਹੀਆਂ ਰੱਖੀਆਂ ਹੋਈਆਂ ਨੇ, ਅਤੇ ਹੁਣ ਬੇਸਮੈਂਟ ਲਈ ਤਾਂ ਓਕੇ ਸੀ ਕਿਉਂਕਿ ਉਹ ਥੱਲੇ ਗਰਾਊਂਡ ਫਲੋਰ ਦੇ ਉੱਤੇ ਸੀਗਾ, ਕੋਈ ਆਉਂਦਾ ਜਾਂਦਾ ਨਹੀਂ ਸੀ ਪਿੱਛੇ ਦੇਖਦਾ। ਹੁਣ ਜਿਹੜਾ ਬੈਕਯਾਰਡ ਦੇ ਵਿੱਚ ਹੈਗਾ, ਤੁਹਾਨੂੰ ਆਪਣੀ ਤਾਕੀਆਂ ਵੀ ਬੰਦ ਕਰਕੇ ਰੱਖਣੀਆਂ ਪੈਂਦੀਆਂ ਨੇ, ਬਿਕੋਜ਼ ਹੁਣ ਕੀ ਪਤਾ ਹੁਣ ਬੈਕਯਾਰਡ ਦੇ ਵਿੱਚ ਹੁਣ ਉਹ ਤਾਂ ਸਿੱਧਾ ਐਕਸੈਸ ਹੋ ਗਿਆ ਨਾ, ਤੁਹਾਡੇ ਕਮਰੇ ਉੱਪਰ ਹੁੰਦੇ ਨੇ ਰਾਈਟ, ਜਿਹੜੀਆਂ ਤੁਹਾਡੀਆਂ ਵਿੰਡੋਜ਼ ਆ ਉਹ ਉੱਪਰ ਨਹੀਂ ਰਹਿ ਸਕਦੀਆਂ। ਮੰਨ ਲਓ ਕਿ ਤੁਸੀਂ ਕਿੰਨਾ ਘੁੱਟਣ ਨੂੰ ਮਹਿਸੂਸ ਕਰਨ ਲੱਗ ਜਾਣਗੇ ਲੋਕ ਇਕੱਲਾ ਇੱਕ ਬਾਕਸ ਦੇ ਵਿੱਚ ਰਹਿਣਾ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੁਛ, ਜੇ ਤੁਸੀਂ ਡੀਟੈਚ ਘਰ ਦੇ ਵਿੱਚ ਰਹਿ ਰਹੇ ਆ ਤਾਂ ਤੁਸੀਂ ਕੌਂਡੋ ਦੇ ਵਿੱਚ ਰਹਿ ਰਹੇ ਕਿ ਸੋ ਮਚ ਡਿਫਰੈਂਟ ਹੈ ਨਾ ਐਜ਼ ਕੰਪੇਅਰ ਟੂ ਕੌਂਡੋ। ਐਬਸੋਲੂਟਲੀ। ਮੈਂ ਵੀ ਦੇਖੋ ਪਤਾ ਕੀ ਆ, ਆਪਾਂ ਕੈਨੇਡਾ 'ਚ ਆਏ ਹਾਂ, ਮੈਂ ਵੀ ਆਇਆ, ਤੁਸੀਂ ਵੀ ਆਏ, ਆਪਾਂ ਜਿੰਨੇ ਵੀ ਆਪਾਂ ਆਏ ਹਾਂ, ਆਪਾਂ ਆਏ ਹਾਂ ਗੁੱਡ ਕੁਆਲਿਟੀ ਲਾਈਫ ਲਈ ਨਾ। ਆਪਾਂ ਨੂੰ ਇਹ ਤਾਂ ਹੈ ਨਹੀਂ ਕਿ ਆਪਾਂ ਨੂੰ ਪਿੱਛੇ ਕੁਛ ਹੈ ਨਹੀਂ ਸੀਗਾ। ਹੁਣ ਇੱਥੇ ਗੁੱਡ ਕੁਆਲਿਟੀ ਲਾਈਫ ਲਈ ਆਏ ਸੀ, ਕਰਦੇ ਕਰਦੇ ਸਿਚੁਏਸ਼ਨ ਇੱਥੇ ਆ ਗਈ ਆ, ਜਾਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਤਾਂ ਕੌਂਡੋ ਨਾਲੇ ਬੁਰਾ ਹੋ ਗਿਆ। ਐਟਲੀਸਟ ਕੌਂਡੋ 'ਚ ਤੁਸੀਂ ਆਪਣੇ ਯੂਨਿਟ ਤਾਂ ਸੀਗੇ, ਇੱਥੇ ਤੁਹਾਨੂੰ ਥੱਲੇ ਵੀ ਅਗਲੇ ਦੀ ਆਵਾਜ਼ ਸੁਣਨੀ ਪੈ ਰਹੀ ਆ, ਤੁਸੀਂ ਸਾਹਮਣੇ ਬੈਕਯਾਰਡ ਵੀ ਤੁਹਾਡਾ ਜਾਂਦਾ ਲੱਗਿਆ। ਨਾਲੇ ਦੇਖੋ ਗੱਲ ਐਂਡ ਆਫ ਡੇ ਇੱਥੇ ਆ ਜਾਂਦੀ ਹੈ ਕਿ ਤੁਸੀਂ ਸਿਰਫ ਤੇ ਸਿਰਫ ਜੇ ਆਪਾਂ ਕਿਸੇ ਚੀਜ਼ ਦਾ ਸੋਲੂਸ਼ਨ ਲੱਭਣਾ ਆ, ਅਸੀਂ ਉਹ ਸੋਲੂਸ਼ਨ ਲੱਭਦੇ ਕਿਤੇ ਬਾਕੀ ਸਾਰੀ ਚੀਜ਼ਾਂ ਨਾ ਖਰਾਬ ਕਰ ਲਈਏ ਹੈ ਨਾ। ਆਪਾਂ ਆਪਣੇ ਪੇਰੈਂਟਸ ਨਾਲ ਰਹਿੰਦੇ ਹਾਂ, ਆਪਣੇ ਬੱਚਿਆਂ ਨਾਲ ਰਹਿੰਦੇ ਹਾਂ। ਇੱਕ ਆਪਾਂ ਕਹਿੰਦੇ ਹਾਂ ਕਿ ਸਾਡਾ ਇੰਡੀਆ ਵਾਲਾ ਸਿਸਟਮ ਨਹੀਂ ਹੈਗਾ, ਇੰਡੀਆ 'ਚ ਸੋਸ਼ਲਾਈਜੇਸ਼ਨ ਜ਼ਿਆਦਾ ਆ, ਇੱਥੇ ਸੋਸ਼ਲਾਈਜੇਸ਼ਨ ਘੱਟ ਆ ਹੈ ਨਾ ਇੰਡੀਆ 'ਚ। ਪਰ ਇੱਥੇ ਆਪਾਂ ਸੋਸ਼ਲਾਈਜੇਸ਼ਨ ਗੱਲ ਕਰੀਏ, ਇੱਥੇ ਤਾਂ ਅਸੀਂ ਆਪਣੇ ਲਈ ਜਿਹੜੀ ਆਪਣੀ ਇੰਜੋਇਮੈਂਟ ਆ ਆਪਾਂ ਉਹੀ ਖਤਮ ਕਰ ਰਹੇ ਹਾਂ। ਸੋ ਅਸੀਂ ਕਿਸੇ ਨੂੰ ਤਾਂ ਕੀ ਬਲੇਮ ਕਰਨਾ। ਪਲੱਸ ਆਪਾਂ ਜਿਹੜੀ ਸਾਡੀ ਜਨਰੇਸ਼ਨ ਹੈਗੀ ਆ, ਜੇ ਅਸੀਂ ਇੱਦਾਂ ਦੇ ਸੋਲੂਸ਼ਨ ਕੱਢਣੇ ਸ਼ੁਰੂ ਕਰਤੇ, ਮੈਂ ਇਹ ਕਹਿੰਦਾ ਕਿ ਕੱਲ੍ਹ ਨੂੰ ਕਿਤੇ ਇੱਦਾਂ ਦਾ ਸਿਸਟਮ ਨਾ ਹੋਵੇ ਕਿ ਫਿਊਚਰ ਜਨਰੇਸ਼ਨ ਕਹੇ ਕਿ ਸਾਡੀ ਜਨਰੇਸ਼ਨ ਬੜੇ ਗਲਤ ਫੈਸਲੇ ਲਏ। ਲਾਈਕ ਅਸੀਂ ਸੋਸ਼ਲ ਮੀਡੀਆ ਦੇ ਏਜ 'ਚ ਰਹਿ ਰਹੇ ਹਾਂ। ਦੂਜੀ ਚੀਜ਼, ਜਦੋਂ ਅਸੀਂ ਕੋਈ ਗੱਲ ਕਰਦੇ ਹਾਂ, ਜਦੋਂ ਕੋਈ ਵੀ ਚੀਜ਼ ਸ਼ੁਰੂ ਕਰਦੇ ਹਾਂ, ਅੱਜ ਬਰੈਂਪਟਨ ਦੇ ਵਿੱਚ ਕਾਫੀ ਇਸ ਚੀਜ਼ ਦਾ ਹੋਇਆ ਆ, GTA ਦੇ ਵਿੱਚ ਕਹਿ ਦਈਏ ਕਿ ਗਾਰਡਨ ਸਵੀਟ ਹੋਣੇ ਚਾਹੀਦੇ ਆ। ਅਸੀਂ
ਕਦੇ ਵੀ ਕਿਸੇ ਚੀਜ਼ ਨੂੰ ਡਿਸਕਸ਼ਨ ਤੋਂ ਪਹਿਲਾਂ ਹੀ ਆਪਾਂ ਉਹਦੇ ਪਰ ਚੱਲ ਜਾਂਦੇ ਹਾਂ। ਅਸੀਂ ਕਦੇ ਵੀ ਨੈਗੇਟਿਵ, ਆਪਾਂ ਨੂੰ ਹੁੰਦਾ ਕਿ ਆਪਾਂ ਇਹਦੇ ਬਾਰੇ ਨੈਗੇਟਿਵ ਸੋਚਣਾ ਹੀ ਨਹੀਂ, ਪਰ ਨੈਗੇਟਿਵ ਤਾਂ ਹੋ ਹੀ ਸਕਦਾ ਨਾ ਲਾਈਫ ਵਿੱਚ। ਅਸੀਂ ਕਦੇ ਸੋਚਿਆ ਨਹੀਂ ਸੀ ਕੋਵਿਡ ਹੋਊਗਾ, ਹੁਣ ਕੋਵਿਡ ਹੋ ਗਿਆ, ਸੋਲੂਸ਼ਨ ਲੱਭਣਾ ਸਾਡੇ ਉੱਪਰ ਆ, ਪਰ ਐਟਲੀਸਟ ਅਸੀਂ ਪਹਿਲੇ ਸੋਚ ਤਾਂ ਲਈਏ ਨਾ ਕਿ ਨੈਗੇਟਿਵ ਉਹ 'ਚ ਕੀ ਹੋ ਸਕਦਾ ਤੇ ਉਹਦਾ ਸੋਲੂਸ਼ਨ ਲੱਭੀਏ। ਹੁਣ ਹਰ ਬੰਦਾ ਹੀ ਗਾਰਡਨ ਸਵੀਟ ਦੀ ਐਡਵਰਟਾਈਜ਼ਮੈਂਟ ਕਰ ਹੋ ਰਹੀ ਆ ਕਿ ਜੀ ਤੁਹਾਡੀ ਰੈਂਟਲ ਇਨਕਮ ਹੋ ਜਾਊਗੀ, ਜਦ ਕਿ ਗਾਰਡਨ ਸਵੀਟ ਸਿਰਫ ਰੈਂਟਲ ਇਨਕਮ ਲਈ ਨਹੀਂ ਹੈਗਾ। ਗਾਰਡਨ ਸਵੀਟ ਬੈਡ ਨਹੀਂ, ਆਪਾਂ ਗੱਲ ਕਰ ਰਹੇ, ਇਟਸ ਨੋਟ ਏ ਬੈਡ ਥਿੰਗ। ਠੀਕ ਆ, ਤੁਹਾਡਾ ਆਫਿਸ ਅੱਜ ਕੱਲ੍ਹ ਵਰਕ ਫਰਮ ਹੋਮ ਹੋ ਗਿਆ, ਤੁਸੀਂ ਆਪਣੇ ਘਰ ਦੇ ਵਿੱਚ ਆ, ਬੱਚੇ ਵੀ ਹੈਗੇ ਆ, ਮਦਰ ਫਾਦਰ ਹੈਗੇ ਆ, ਤੁਹਾਨੂੰ ਲੱਗਦਾ ਕਿ ਮੈਨੂੰ ਥੋੜ੍ਹਾ ਜਿਹਾ ਕੋਈ ਅਲੱਗ ਸਪੇਸ ਚਾਹੀਦਾ, ਬੇਸਮੈਂਟ ਤੁਸੀਂ ਰੈਂਟ 'ਤੇ ਚਾੜੀ ਹੋਈ ਆ, ਠੀਕ ਆ, ਗਾਰਡਨ ਸਵੀਟ ਕੈਨ ਗਿਵ ਯੂ ਏ ਆਫਿਸ ਸਪੇਸ, ਕਿ ਆਫਿਸ ਸਪੇਸ ਲਈ ਵਧੀਆ। ਜੇ ਆਪਾਂ ਸਿਰਫ ਉਸ ਚੀਜ਼ ਦੀ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਕਿ ਨਹੀਂ ਤੁਹਾਡੇ ਰੈਂਟ ਇਨਕਮ ਲਈ ਵਧੀਆ ਆ ਜਾਂ ਤੁਹਾਡੇ ਘਰ ਦੀ ਵੈਲਿਊ ਐਡ ਹੋਊਗੀ, ਫਿਰ ਤਾਂ ਅਸੀਂ ਅਨਅਫੋਰਡੇਬਿਲਟੀ ਵੱਲ ਹੋਰ ਵੱਧ ਰਹੇ ਹਾਂ, ਘੱਟ ਨਹੀਂ ਰਹੇ। ਮੇਰੀ ਅਫੋਰਡੇਬਿਲਟੀ ਸਹੀ ਹੋ ਗਈ ਸ਼ਾਇਦ, ਪਰ ਜਿਹੜੇ ਆਉਣ ਵਾਲੀ ਜਨਰੇਸ਼ਨ 10 ਸਾਲ ਦੀ ਆ, ਉਹ ਤਾਂ ਫਿਰ ਘਰ ਨਹੀਂ ਲੈ ਪਾਊਂਗੀ। ਜੇ ਉਹ ਘਰ ਨਹੀਂ ਲੈ ਪਾਊਂਗੀ, ਮੈਂ ਵੀ ਰੀਅਲ estate ਏਜੰਟ, ਤੁਸੀਂ ਵੀ ਰੀਅਲ estate ਏਜੰਟ ਆ, ਫਿਰ ਤਾਂ ਆਪਾਂ ਸਿਰਫ ਰੈਂਟਲ ਹੀ ਆਪਾਂ ਲੋਕਾਂ ਨੂੰ ਦਿਆ ਕਰਾਂਗੇ। ਮੈਨੂੰ ਲੱਗਦਾ ਹੌਲੀ ਹੌਲੀ ਨਿਊਯਾਰਕ, ਮੈਨਹੈਟਨ ਵਾਂਗੂ ਇੱਥੇ 80% ਰੈਂਟ। ਪਰ ਗੱਲ ਤਾਂ ਇਹ ਹੈ ਨਾ ਪਵਨ ਕਿ ਇੱਦਾਂ ਨਹੀਂ ਹੈਗਾ ਤੁਹਾਡੇ ਕੋਲ ਲੈਂਡ ਨਹੀਂ ਹੈਗੀ, ਪਰ ਗੱਲ ਹੈ ਕਿ ਤੁਸੀਂ ਪ੍ਰਪੋਜ਼ ਕੀ ਕਰ ਰਹੇ ਹੋ। ਹੁਣ ਜਿਹੜਾ ਇੱਕ ਬੰਦਾ ਉੱਥੇ ਯੂਨਿਟ ਦੇ ਵਿੱਚ ਰਹਿ ਰਿਹਾ, ਉਹ ਸਿਟੀ ਦੇ ਉੱਤੇ ਹੋਰ ਵੀ ਪ੍ਰੈਸ਼ਰ, ਇਨਫਰਾਸਟਰਕਚਰ ਦੇ ਉੱਤੇ ਤੁਹਾਡਾ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਜਾਂਦਾ ਆ। ਯਾਰ ਮੰਨ ਲਓ ਹੁਣ ਸਟਰੀਟ ਦੇ ਉੱਤੇ ਹੀ ਲਾ ਲਓ ਫੋਰ ਐਗਜ਼ਾਮਪਲ, ਹੁਣ ਉੱਥੇ ਗਾਰਬੇਜ ਕਲੈਕਟ ਕਰਨ ਵਾਲਿਆਂ ਨੇ ਆਉਣਾ, ਸਾਰਿਆਂ ਨੇ ਆਉਣਾ ਵਾ, ਪਲੱਸ ਹੁਣ ਜੇ ਇੱਕ ਸਟਰੀਟ ਦੇ ਉੱਤੇ 20 ਘਰ ਆ ਤਾਂ 20 ਘਰਾਂ ਦੇ ਵਿੱਚ ਯੂਨਿਟ, 15 ਘਰਾਂ 'ਚ ਵੀ ਯੂਨਿਟ ਬਣ ਜਾਂਦੀ ਆ, ਤਾਂ ਉੱਥੇ 15, ਜੇ ਕੋਈ ਇੱਕ ਬੰਦਾ ਆ ਕੇ ਇੱਕ ਕਾਰ ਲੈ ਕੇ ਆਉਂਦਾ, 15 ਕਾਰਾਂ ਹੋਰ ਸਟਰੀਟ 'ਤੇ ਆ ਜਾਂਦੀਆਂ ਨੇ, ਜਿਹੜੀ ਕਿ ਆਲਮੋਸਟ ਉੱਥੇ ਖੜ੍ਹਨੀਆਂ ਹੀ ਖੜ੍ਹਨੀਆਂ ਨੇ। ਪਰ ਉਹਦੇ ਲਈ ਸਪੇਸ ਤਾਂ ਉਨੀ ਹੈ ਨਾ, ਉਹ ਤਾਂ ਉਹਨਾਂ ਨੇ ਸਪੇਸ ਨਹੀਂ ਕੋਈ ਜਨਰੇਟ ਕੀਤੀ ਕਿ ਹਾਂ ਪਾਰਕਿੰਗ ਕਿੱਥੇ ਲੱਗੂਗੀ, ਉਹਦਾ ਸੋਲਿਊਸ਼ਨ ਹੋਊਗਾ, ਰਾਈਟ। ਅਤੇ ਪਰ ਉਹੀ ਜਿਹੜਾ ਹੈਗਾ ਤੁਹਾਡੇ ਜਿਹੜਾ ਆਲਾ ਦੁਆਲਾ ਹੈਗਾ ਜਿੱਥੇ ਤੁਸੀਂ ਰਹਿਣਾ ਵਾ, ਕਿੰਨਾ ਕੰਜਸਟਡ ਤੁਸੀਂ ਘਰ ਦੇ ਵਿੱਚ ਤਾਂ ਫੀਲ ਕਰ ਹੀ ਰਹੇ ਹੋ, ਪਲੱਸ ਜਿਹੜਾ ਤੁਹਾਡਾ ਸਟਰੀਟ ਦਾ ਵਿਊ ਆ, ਸਟਰੀਟ ਦੇ ਉੱਤੇ ਵੀ ਤੁਸੀਂ ਫੀਲ ਕਰੋਗੇ ਕਿ ਯਾਰ ਬਹੁਤ ਜ਼ਿਆਦਾ ਕੰਜਸਟਡ ਹੋ ਚੁੱਕੀ ਹੈ ਚੀਜ਼, ਹੈ ਨਾ। ਨਹੀਂ ਫਰਕ ਪੈਂਦਾ ਇਹ ਚੀਜ਼ ਦਾ। ਦੇਖੋ ਜਦੋਂ ਤੁਸੀਂ ਹੁਣ ਆਪਾਂ ਜਦੋਂ ਬਾਹਰ ਜਾਂਦੇ ਹਾਂ GTA ਤੋਂ, ਸਾਰੀ ਲੈਂਡ ਵਿਹਲੀ ਪਈ ਆ, ਠੀਕ ਆ। ਗੌਰਮੈਂਟ ਨੂੰ ਤੁਸੀਂ ਪ੍ਰਪੋਜ਼ ਕਰ ਸਕਦੇ ਆ ਕਿ ਉਹ ਛੋਟੇ ਛੋਟੇ ਸ਼ਹਿਰ ਬਣਾਏ ਜਾਣ, ਛੋਟੇ ਛੋਟੇ ਮਿਊਨਿਸਪੈਲਿਟੀਆਂ ਨਵੀਆਂ ਲੈ ਕੇ ਆਈ ਜਾਣ। ਲੈਂਡ ਆਪਣੇ ਕੋਲ, ਜੇ ਆਪਣੇ ਕੋਲ ਲੈਂਡ ਨਾ ਹੋਵੇ, ਦੇਖੋ ਆਪਾਂ ਨਾ ਯੂਰਪ 'ਚ ਰਹਿ ਰਹੇ ਹਾਂ, ਨਾ ਆਪਾਂ ਇੰਗਲੈਂਡ 'ਚ ਰਹਿ ਰਹੇ ਹਾਂ, ਆਪਾਂ ਕੈਨੇਡਾ 'ਚ ਰਹਿ ਰਹੇ ਹਾਂ, ਸੈਕੰਡ ਲਾਰਜੈਸਟ ਕੰਟਰੀ ਇਨ ਦਾ ਵਰਲਡ ਇਨ ਟਰਮ ਆਫ ਲੈਂਡ, ਸਭ ਤੋਂ ਜ਼ਿਆਦਾ ਲੈਂਡ ਆ। ਆਪਾਂ ਡਿਵੈਲਪ ਹੀ ਨਹੀਂ, ਆਪਾਂ ਅੰਟੈਰੀਓ ਦੀ ਗੱਲ ਕਰਦੇ ਹਾਂ, ਬਾਹਰ ਦੀ ਗੱਲ ਨਹੀਂ ਕਰਦੇ। ਹੁਣ ਮੈਨੀਟੋਬਾ ਦੇ ਵਿੱਚ ਵੀ ਲੋਕ ਰਹਿ ਰਹੇ ਆ, ਠੀਕ ਆ, ਤੁਸੀਂ ਅੰਟੈਰੀਓ ਨੂੰ ਵਸਾ ਤਾਂ ਸਕਦੇ ਆ ਨਾ। ਜੇ ਅੰਟੈਰੀਓ ਦੇ ਵਿੱਚ ਤੁਸੀਂ ਬਾਕੀ ਛੋਟੀ ਛੋਟੀ ਜਿੱਥੇ ਬਾਹਰ ਨਿਕਲੀਏ ਆਪਾਂ ਬਰੈਂਪਟਨ ਤੋਂ ਜਾਂ ਟੋਰਾਂਟੋ ਤੋਂ, ਉੱਥੇ ਜਿਹੜੀ ਲੈਂਡਸ ਹੈਗੀਆਂ, ਗਵਰਨਮੈਂਟ ਪ੍ਰਪੋਜ਼ ਕਰੇ ਉੱਥੇ ਫੈਕਟਰੀਜ਼ ਲੈ ਕੇ ਆਉਣ, IT ਇੰਡਸਟਰੀ ਲੈ ਕੇ ਆਉਣ, ਸ਼ਹਿਰ ਨੂੰ ਵਸਾਉਣ ਨੂੰ ਟਾਈਮ ਲੱਗ ਜਾਂਦਾ ਆ। ਪਰ ਜੇ ਤੁਸੀਂ ਉਸ ਚੀਜ਼ ਨੂੰ ਇਨੀਸ਼ੀਏਟਿਵ ਰੱਖੋ ਤਾਂ ਅੱਜ ਨਹੀਂ ਕੱਲ੍ਹ ਉਹ ਚੀਜ਼ ਪੋਸੀਬਲ ਹੋ ਸਕਦੀ ਹੈ। ਪਲੱਸ ਉਹ ਇੱਕ ਬੈਸਟ ਸੋਲੂਸ਼ਨ ਆ ਹਾਊਸਿੰਗ ਮਾਰਕੀਟ ਦਾ, ਹੈ ਨਾ। ਲੋਕਾਂ ਨੂੰ ਦੇਖੋ, ਲੋਕਾਂ ਨੇ ਤੁਹਾਡੇ ਹਿਸਾਬ ਨਾਲ ਚੱਲਣਾ। ਤੁਸੀਂ ਪਾਲਿਸੀ ਦੇਤੀ ਆ ਤਾਂ ਲੋਕਾਂ ਨੇ ਬਾਉਂਡ ਹੋ ਜਾਣਾ ਵੀ ਓਕੇ ਆਹ ਚੀਜ਼ ਆ ਗਈ। ਅੱਜ ਤੁਸੀਂ ਗਾਰਡਨ ਸਵੀਟ ਦੀ ਪਾਲਿਸੀ ਕਹਿ ਵੀ ਓਕੇ ਆ, ਲੋਕਾਂ ਨੇ ਕਹਿਣਾ ਠੀਕ ਆ ਬਣਾ ਲਓ। ਜਿਹੜਾ ਓਨਰ ਉਹਨੇ ਕਹਿਣਾ ਬਣਾ ਲਓ ਵੀ ਠੀਕ ਆ ਪਾਲਿਸੀ ਆ ਗਈ। ਜਿਹੜਾ ਟੈਨੈਂਟ ਆ ਉਹਨੇ ਕਹਿਣਾ ਠੀਕ ਆ ਵੀ ਮੈਨੂੰ ਮਿਲਦਾ ਪਿਆ, ਮੈਂ ਰਹਿ ਲੂੰਗਾ। ਇਹੀ ਕੋਈ ਹੋਰ ਪਾਲਿਸੀ ਆਈ ਹੁੰਦੀ ਕਿ ਆਪਾਂ ਜੀ GTA ਤੋਂ ਬਾਹਰ ਇੱਕ ਲੈਂਡ ਮਿਲੀ ਹੈ ਸਾਨੂੰ 40 ਏਕੜ ਦੀ, ਆਪਾਂ ਉਹ 'ਚ ਸ਼ਹਿਰ ਵਸਾਉਣ ਜਾ ਰਹੇ ਹਾਂ, ਜਿਹਦੇ ਵਿੱਚ 400 ਘਰ ਹੋਣਗੇ, ਪਲਾਜ਼ੇ ਹੋਣਗੇ ਕਮਰਸ਼ੀਅਲ। ਸੋ ਇੱਦਾਂ ਦੀ ਪ੍ਰਪੋਜ਼ਲ ਹੋਊਗੀ, ਅਫਕੋਰਸ ਲੋਕਾਂ ਨੇ ਉੱਥੇ ਵੀ ਚੱਲ ਜਾਣਾ। ਸੋ ਆਪਾਂ ਪਾਲਿਸੀਜ਼ ਕਿੱਦਾਂ ਦੀਆਂ ਲੈ ਕੇ ਆਉਂਦੇ ਹਾਂ, ਕਿੱਦਾਂ ਦੀ ਪ੍ਰਪੋਜ਼ ਕਰਦੇ ਹਾਂ। ਅਫਕੋਰਸ ਤੁਸੀਂ ਇੱਕ ਨੋਰਮਲ ਪਬਲਿਕ ਆ, ਇੱਕ ਜਨਰਲ ਪਬਲਿਕ ਆ, ਅਸੀਂ ਪਾਲਿਸੀਜ਼ ਲਾਈਕ ਪ੍ਰਪੋਜ਼ ਕਰ ਸਕਦੇ ਹਾਂ ਗਵਰਨਮੈਂਟ ਨੂੰ। ਅੱਜ ਨਹੀਂ ਕੱਲ੍ਹ ਜਦੋਂ ਚੀਜ਼ ਇਸ ਲੈਵਲ 'ਤੇ ਆ ਜਾਂਦੀ ਜਿਸ ਲੈਵਲ 'ਤੇ ਗਵਰਨਮੈਂਟ ਨੂੰ ਸੁਣਨਾ ਪੈਣਾ, ਅਤੇ ਉਸ ਤੋਂ ਬਾਅਦ ਉਹ ਚੀਜ਼ ਨੂੰ ਵਧੀਆ ਢੰਗ ਨਾਲ ਲਾਈਕ ਐਕਸਪੈਂਡ ਕੀਤਾ ਜਾ ਸਕਦਾ। ਦੇਖੋ ਆਪਣਾ ਮੇਨ ਸੋਲਿਊਸ਼ਨ ਹੈ ਕਿ ਸਾਡੀ ਲਾਈਫ ਸੌਖੀ ਰਹੇ। ਦੂਜਾ ਸਾਡੀ ਸਭ ਤੋਂ ਵੱਡੀ ਰਿਸਪੋਂਸੀਬਿਲਿਟੀ ਹੈ ਸਾਡੇ ਆਉਣ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਲਾਈਫ ਸੌਖੀ ਰਹੇ। ਅੱਜ ਆਪਾਂ ਇੱਥੇ ਹੈਗੇ ਹਾਂ, ਆਪਾਂ ਕੋਈ 2010 'ਚ ਆਇਆ, ਕੋਈ 2015, ਅੱਜ ਤੋਂ 10-15 ਸਾਲ ਪਹਿਲੇ ਸਾਰੇ ਜ਼ਿਆਦਾ ਆਉਣੇ ਸ਼ੁਰੂ ਹੋਏ। ਅੱਜ ਵੀ ਆਪਾਂ ਯਾਦ ਰੱਖਦੇ ਹਾਂ ਕਿ ਸਾਡੇ ਜਿਹੜੇ ਬੰਦੇ ਸੀਗੇ ਉਹ 1980 ਜਾਣੇ ਸ਼ੁਰੂ ਹੋਏ ਸੀ, ਅਤੇ ਉਹਨਾਂ ਨੇ ਇੱਥੇ ਸੈਟਅਪ ਕੀਤਾ, ਉਹਨਾਂ ਨੇ ਆਪਣਾ ਕਿਸੇ ਨੇ ਟਰੱਕਿੰਗ ਕੰਪਨੀ ਬਣਾਈ। ਸੋ ਅਸੀਂ ਯਾਦ ਰੱਖਦੇ ਹਾਂ ਲੋਕਾਂ ਨੇ ਇਹ ਕੰਮ ਕੀਤੇ, ਅਚੀਵ ਕੀਤਾ, ਮਿਹਨਤ ਕੀਤੀ, ਸਾਡੇ ਲਈ ਸੌਖਾ ਹੋ ਗਿਆ। ਅਸੀਂ ਚਾਹੁੰਦੇ ਹਾਂ ਅੱਜ ਤੋਂ 20 ਸਾਲ ਬਾਅਦ ਬੰਦੇ ਆਉਣ ਕਹਿਣਗੇ ਉਹ ਬੰਦਿਆਂ ਨੇ ਜਿਹੜਾ ਇੱਕ ਨੀਂਹ ਰੱਖੀ ਸੀ ਚੀਜ਼ ਦੀ, ਅਤੇ ਅੱਜ ਅਸੀਂ ਉਸ ਚੀਜ਼ ਦਾ ਫਰੂਟ ਲੈ ਰਹੇ ਹਾਂ, ਰੈਦਰ ਦੈਨ ਕਿ ਉਹ ਸਾਨੂੰ ਗਾਲਾਂ ਕੱਢਣ ਕਿ ਉਹਨਾਂ ਨੇ ਸਿਸਟਮ ਇੰਨਾ ਖਰਾਬ ਕਰਤਾ ਕਿ ਸਾਨੂੰ ਕੈਨੇਡਾ ਜਾਣ ਜੋਗਾ ਨਹੀਂ ਛੱਡਿਆ। ਨੋ, ਇਹ ਚੀਜ਼ਾਂ ਇੰਪੈਕਟ ਤਾਂ ਜ਼ਰੂਰ ਕਰਦੀਆਂ ਨੇ, ਕਿਉਂਕਿ ਪਾਲਿਸੀਜ਼ ਦੇ ਉੱਤੇ ਬਹੁਤ ਨਾ ਫਰਕ ਪੈ ਜਾਂਦਾ। ਤੁਹਾਡੀ ਜਿਹੜੀ ਲਿਵਿੰਗ ਲਾਈਵਲੀਹੁੱਡ ਹੁੰਦਾ ਤੁਹਾਡਾ, ਹੈ ਨਾ, ਪਾਲਿਸੀਜ਼ ਕਿੱਦਾਂ ਆ ਰਹੀਆਂ ਨੇ ਅਤੇ ਉਹਦਾ ਨੈਗੇਟਿਵ ਇੰਪੈਕਟ ਸਪੈਸ਼ਲੀ ਕੀ ਹੋ ਸਕਦਾ ਹੈ ਮਾਰਕੀਟ ਦੇ ਉੱਤੇ, ਐਜ਼ ਕਿਸੇ ਦੇ ਜਿਹੜਾ ਤੁਹਾਡਾ ਰਹਿਣ ਸਹਿਣ ਦਾ ਸਲੀਕਾ ਹੁੰਦਾ ਜਾਂ ਕੁਛ ਵੀ ਹੁੰਦਾ। ਬੰਦਾ ਕੁਝ ਇੱਕ ਟਾਈਮ ਜਦੋਂ ਤੁਸੀਂ ਉਸ ਕੰਜਸਟਡ ਮੋਡ ਦੇ ਵਿੱਚ ਰਹਿ ਸਕਦੇ ਹੋ, ਪਰ ਐਂ ਨਹੀਂ ਹੈਗਾ ਕਿ ਤੁਸੀਂ ਕਿੰਨਾ ਟਾਈਮ ਉੱਥੇ ਹੋਰ ਸਪੈਂਡ ਕਰੋਗੇ, ਹੈ ਨਾ। ਬੰਦਾ ਫਿਰ ਉਹੀ ਹੈ ਕਿ ਤੁਸੀਂ ਸੁਣੀ ਵੀ ਹੋਣੀ ਨਿਊਜ਼ ਕਿ ਬਹੁਤੇ ਲੋਕ ਹੁਣ ਕੈਨੇਡਾ ਛੱਡ ਕੇ ਜਾ ਰਹੇ ਨੇ, ਰਾਈਟ। ਤਾਂ ਇਹੀ ਚੀਜ਼ਾਂ ਲੋਕੀ ਦਾ ਥੋੜ੍ਹਾ ਸੈਕਿੰਡ ਥਾਟ ਪ੍ਰੋਸੈਸ ਹੋਣਾ ਸ਼ੁਰੂ ਹੋ ਜਾਂਦਾ ਬੈਕ ਇਨ ਦਾ ਹੈਡ ਕਿ ਅਸਲ 'ਚ ਚੱਲ ਕੀ ਰਿਹਾ ਇੱਥੇ, ਨਾ। ਗਵਰਨਮੈਂਟ ਕਿੱਦਾਂ ਦੀਆਂ ਪੋਲਿਸੀਜ਼ ਲੈ ਕੇ ਆ ਰਹੀ, ਕਿੱਦਾਂ ਦਾ ਤੁਹਾਡਾ, ਬਿਕੋਜ਼ ਆਪਾਂ ਇੱਥੇ ਆਏ ਹਾਂ ਤਾਂ ਬੈਟਰ ਕੁਆਲਿਟੀ ਆਫ ਲਾਈਫ ਲਈ ਆ ਰਹੇ ਹਾਂ। ਤਾਂ ਹੁਣ ਜੇ ਆਪਾਂ ਉਹੀ ਚੀਜ਼ਾਂ ਦੇ ਖਾਤਰ ਕਿ ਹੈ ਨਾ
ਤੁਸੀਂ ਉਹ ਲਾਈਫ ਕੁਆਲਿਟੀ ਕਿਲ ਕਰ ਸਕਦੇ ਆ, ਹੈ ਨਾ, ਤਾਂ ਫਿਰ ਉਹਦਾ ਫਾਇਦਾ ਵੀ ਕੀ ਰਹਿ ਜਾਂਦਾ ਪਿੱਛੇ, ਹੈ ਨਾ, ਇਹਦੇ ਤੁਸੀਂ ਕੰਮ ਕਰ ਰਹੇ ਹੋ ਰਹਿਣ ਲਈ, ਔਰ ਰਹਿਣ ਲਈ ਕੰਮ ਕਰ ਰਹੇ ਹੋ, ਫਿਲਹਾਲ ਰਹਿਣ ਲਈ ਕੰਮ ਕਰ ਰਹੇ, ਰਾਈਟ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਹੁਣ ਮੋਸਟਲੀ ਹੁਣ ਹੁਣ ਸਿਚੁਏਸ਼ਨ ਚੱਲੀ ਹੋਈ ਹੈ, ਤਾਂ ਮੋਰ ਲਾਈਕਲੀ ਕਿ ਤੁਸੀਂ ਇੱਕ ਰਹਿਣ ਲਈ ਕੰਮ ਕਰ ਰਹੇ ਹੋ। ਜਿੱਦਾਂ ਹੁਣ ਤੁਸੀਂ ਮੈਨੂੰ ਦੱਸੋ, ਤੁਸੀਂ ਜਿੱਦਾਂ ਗੱਲ ਵਧੀਆ ਕੀਤੀ, ਤੁਹਾਨੂੰ ਲੱਗਦਾ ਕਿ ਓਕੇ ਆਪਾਂ ਲੈ ਕੇ ਚੱਲਦੇ ਹਾਂ ਇੰਡੀਆ ਦੇ ਵਿੱਚ ਮੈਟਰੋ ਸਿਟੀਜ਼ ਹੈਗੀਆਂ ਨਾ, ਬੜੀ ਸਿਟੀਜ਼ ਹੈਗੀਆਂ, ਬੰਬੇ, ਉੱਥੇ ਤਾਂ ਆਪਾਂ ਮੰਨਿਆ ਕਿ ਨਾ ਬੜਾ ਲੈਂਡ ਹੀ ਹੈ ਨਹੀਂ, ਉੱਥੇ IT ਇੰਡਸਟਰੀ ਸਾਰੀ ਕੰਜਸਟਡ ਜਿਹਾ ਹੋਇਆ ਪਿਆ, ਅਤੇ ਉੱਥੇ ਆਪਾਂ ਦੇਖਦੇ ਰੈਂਟਲ ਹੀ ਹੁੰਦਾ। ਹੁਣ ਆਪਾਂ ਟੋਰਾਂਟੋ ਦੇਖਦੇ ਹਾਂ, ਇੱਥੇ ਟੋਰਾਂਟੋ ਤਾਂ ਆਪਾਂ ਜਾਂਦੇ ਹਾਂ, ਉੱਥੇ ਉਹਨਾਂ ਕੋਲ ਲੈਂਡ ਹੈ ਨਹੀਂ, ਉਹਨਾਂ ਕੋਲ ਰੋਡਸ ਮਤਲਬ ਉੱਥੇ ਹੱਬ ਹੈਗਾ, ਸੋ ਲੋਕ ਉੱਥੇ ਰਹਿੰਦੇ, ਉੱਧਰ ਹੀ ਸਿਚੁਏਸ਼ਨ ਜਿੱਦਾਂ ਦੀ ਆਪਾਂ ਗੱਲ ਕੀਤੀ ਨਾ ਕਿ ਕਾਉਂਡੋ 'ਚ ਰਹਿੰਦੇ ਆ। ਪਰ ਤੁਹਾਨੂੰ ਲੱਗਦਾ ਜਿਹੜੇ ਬੜੇ ਸ਼ਹਿਰ ਹੈਗੇ ਜਿੱਦਾਂ ਬਰੈਂਪਟਨ ਹੋ ਗਿਆ, ਮਿਸੀਸਾਗਾ ਹੋ ਗਿਆ, ਇਹਨੂੰ ਐਕਚੁਅਲ 'ਚ ਲੋੜ ਹੈਗੀ ਗਾਰਡਨ ਸਵੀਟ ਦੀ? ਡੂ ਯੂ ਥਿੰਕ ਸੋ? ਆਈ ਥਿੰਕ ਦੇ ਕੁਡ ਹੈਵ ਕਿ ਉਹਨਾਂ ਕੋਲ ਬੈਟਰ ਪ੍ਰਪੋਜ਼ਲ ਹੋ ਸਕਦਾ ਕਿ ਤੁਹਾਨੂੰ ਉੱਥੇ ਕੰਜਸਟਡ ਨਹੀਂ ਹੋਰ ਕਰਨਾ ਚਾਹੀਦਾ ਹੈਗਾ, ਕਿ ਉਹ ਆਲਰੇਡੀ ਕੰਜਸਟਡ ਕਿ ਤੁਸੀਂ ਉਹਨੂੰ ਹੋਰ ਜ਼ਿਆਦਾ ਕੰਜਸਟਡ ਕਰੋ। ਬੈਟਰ ਇਹ ਨਹੀਂ ਕਿ ਕੋਂਡੋ ਹੋਰ ਬਣਾਏ ਜਾਣ। ਆਪਾਂ ਗੱਲ ਕਰਦੇ ਹਾਂ ਗਾਰਡਨ ਸਵੀਟ ਦੀ। ਜੇ ਆਪਾਂ ਸਿਰਫ ਰੈਂਟਲ ਮਾਰਕੀਟ ਨੂੰ ਹੀ ਕੰਟਰੋਲ ਕਰਨਾ ਆ ਤਾਂ ਕੋਂਡੋ ਤਾਂ ਬਣ ਹੀ ਰਹੇ ਆ ਮਿਸੀਸਾਗਾ ਤੇ ਪਰ ਕੋਂਡੋ ਬਣਨ ਦਾ ਇਹ ਤਰੀਕਾ ਹੁੰਦਾ, ਪਰ ਉਹਨਾਂ ਕੋਲ ਪਾਰਕਿੰਗ ਵੀ ਪ੍ਰੋਪਰ ਐਲੋਕੇਟਡ ਹੁੰਦੀ ਹੈ, ਉਹਨਾਂ ਕੋਲ ਸਟੋਰੇਜ ਵੀ ਐਲੋਕੇਟਡ ਹੁੰਦੀ ਹੈ, ਮਤਲਬ ਕਿ ਉਹ ਇੱਕ ਜਿੰਨੀਆਂ ਉੱਥੇ ਯੂਨਿਟਾਂ ਬਣਨੀਆਂ ਉਹਨਾਂ ਕੋਲ ਐਲੋਕੇਸ਼ਨਸ ਹੁੰਦੀਆਂ ਨੇ ਪ੍ਰੋਪਰ। ਹੁਣ ਇੱਥੇ ਇਹਨਾਂ ਨੇ ਪ੍ਰਪੋਜ਼ ਤਾਂ ਕਰਤਾ ਉਹਨਾਂ ਨੇ, ਪਰ ਉਹਦੇ ਨਾਲ ਜਿਹੜੀ ਐਲੋਕੇਸ਼ਨ ਚਾਹੀਦੀ ਆ ਉਹ ਤਾਂ ਨਹੀਂ ਪ੍ਰਪੋਜ਼ ਕੀਤੀ ਹੈਗੀ। ਪਾਰਕਿੰਗ ਦਾ ਚੱਕਰ ਤਾਂ ਹਮੇਸ਼ਾ ਰਹਿਣਾ, ਪਾਰਕਿੰਗ ਦਾ ਚੱਕਰ ਤਾਂ ਹਮੇਸ਼ਾ ਹੀ ਰਹਿਣਾ ਵਾ, ਰਾਈਟ। ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕਾਰਾਂ ਕਿੰਨੀਆਂ ਚੋਰੀ ਹੁੰਦੀਆਂ ਨੇ। ਨਵੇਂ ਬਿਲਡਰ ਤੁਸੀਂ ਬਰੈਂਪਟਨ ਸ਼ਹਿਰ ਘਰ ਦੇਖੋਗੇ, ਨਵੇਂ ਬਿਲਡਰ ਤਾਂ ਜਿਹੜਾ ਡੀਟੈਚ 2500 ਤੋਂ 3000 ਸਕੁਅਰ ਫੀਟ ਦਾ ਘਰ ਆ, ਉਹਦੀ ਵੀ ਕਈਆਂ ਦੀ ਇੱਕ ਪਾਰਕਿੰਗ ਦਿੱਤੀ ਹੋਈ ਉਹਨਾਂ ਨੇ, ਇੱਕ ਗਰਾਜ ਦੀ ਪਾਰਕਿੰਗ। ਉਹਨਾਂ ਦੇ ਆਪਣੇ ਕੋਲ ਕੋਈ ਪਾਰਕਿੰਗ ਹੈ ਨਹੀਂ, ਤੇ ਨਵੇਂ ਬੰਦੇ ਨੂੰ ਪਾਰਕਿੰਗ ਕਿੱਦਾਂ ਦੋਗੇ? ਫਿਰ ਜਾਂ ਫਿਰ ਲਿਖੂਗੇ ਕਿ ਪਾਰਕਿੰਗ ਨਾਟ ਅਵੇਲੇਬਲ, ਉਹ ਪਾਰਕਿੰਗ ਕਿਤੇ ਹੋਰ ਲਾਇਆ ਕਰਨਗੇ, ਰਹਿਣ ਇੱਥੇ। ਪਰ ਕਿਤੇ ਤਾਂ ਲਾਉਣੀ ਪੈਣੀ ਹੈ ਨਾ ਉਹਨਾਂ ਨੂੰ। ਗੱਲ ਤਾਂ ਇਹ ਆ, ਇਹ ਤਾਂ ਹੈ ਨਹੀਂ ਕਿ ਹੁਣ ਤੁਸੀਂ ਜਾਦੂ ਨਾਲ ਕਾਰ ਨੂੰ ਛੋਟੇ ਕੱਲ੍ਹ ਨੂੰ ਇਹ ਪ੍ਰਪੋਜ਼ਲ ਕਰਨਗੇ ਕਿ ਤੁਸੀਂ ਜਿਹੜਾ ਬਚਿਆ ਹੈਗਾ ਆ ਬੈਕਯਾਰਡ ਦਾ ਸਪੇਸ, ਉੱਥੇ ਤੁਸੀਂ ਪਾਰਕਿੰਗ ਬਣਾ ਲਓ, ਫਿਰ ਜਿਵੇਂ ਜਾਂਦਾ ਲੱਗਿਆ ਤੁਹਾਡਾ ਬੈਕਯਾਰਡ। ਮਤਲਬ ਮੀਨ ਟੂ ਸੇ ਕਿ ਕੁਛ ਤਾਂ ਸੋਲੂਸ਼ਨ ਹੁੰਦਾ ਹੈ। ਹਾਂ ਨਹੀਂ ਆਈ ਮੀਨ ਦੇਖੋ ਹੁਣ ਕੀ ਇਹਨਾਂ ਦਾ ਪ੍ਰਪੋਜ਼ਲ ਦੇ ਵਿੱਚੋਂ ਕੀ ਇਹਨਾਂ ਦਾ ਚੀਜ਼ਾਂ ਨਿਕਲਦੀਆਂ ਨੇ। ਮਤਲਬ ਕਿ ਕੁਛ ਚੰਗਾ ਤਾਂ ਲੱਗ ਰਿਹਾ ਜਿਹੜਾ ਆਪਾਂ ਇਨੀਸ਼ੀਅਲ ਸਟੇਜ ਤੋਂ ਦੇਖ ਰਹੇ ਹਾਂ ਕਿ ਹਾਂ ਇਨਕਮ ਦੇ ਹਿਸਾਬ ਨਾਲ, ਪਰ ਇਹਦੇ ਨਾਲ ਜਿਹੜੇ ਕੌਨਸੀਕੁਐਂਸਿਸ ਵੀ ਤੁਹਾਨੂੰ ਦੇਖਣੇ ਪੈਣੇ ਕਿ ਇਹਦੇ ਹੋਰ ਬੈਡ ਕੌਨਸੀਕੁਐਂਸਿਸ ਕੀ ਹੋ ਸਕਦੇ ਨੇ, ਹੈ ਨਾ, ਤਾਂ ਕਿ ਜਿਹੜਾ ਉਹਨਾਂ ਦਾ ਹੱਲ ਪਹਿਲਾਂ ਤੋਂ ਪਹਿਲਾਂ ਕੀਤਾ ਸਕਦਾ। ਆਏ ਨਾ ਹੋਵੇ ਕਿ ਤੁਸੀਂ $1,00,000 ਬਣਾ ਕੇ ਯੂਨਿਟ ਲਾਈ, ਉਸ ਤੋਂ ਬਾਅਦ ਕੁਛ ਇੱਦਾਂ ਦਾ ਹੋਵੇ ਕਿ ਤੁਸੀਂ ਰੈਂਟ ਨਹੀਂ ਕਰ ਸਕਦੇ ਉਹਨੂੰ, ਕਿਉਂਕਿ ਉਹ ਸਿਟੀ ਦੇ ਉੱਤੇ ਇਨਫਰਾਸਟਰਕਚਰ ਉੱਤੇ ਭਾਰ ਪੈ ਰਿਹਾ ਨਾ। ਦੇਖੋ ਅੱਜ ਤਾਂ ਰੈਂਟ ਸਟਰੋਂਗ ਆ, ਆਪਾਂ ਇਹਦੀ ਗੱਲ ਕਰਦੇ ਹਾਂ, ਰੈਂਟਰ ਮਾਰਕੀਟ ਅੱਜ ਬਹੁਤ ਸਟਰੋਂਗ ਆ। ਆਉਣ ਵਾਲੇ ਟਾਈਮ 'ਚ ਨਹੀਂ ਪਤਾ ਕੀ ਹੋਣਾ। ਆਉਣ ਵਾਲੇ ਟਾਈਮ 'ਚ 5 ਸਾਲ ਬਾਅਦ ਇਮੀਗ੍ਰੇਸ਼ਨ ਥੋੜ੍ਹੀ ਲੋਅ ਹੋ ਜਾਂਦੀ ਆ, ਠੀਕ ਆ, ਅਤੇ ਉਸ ਤੋਂ ਬਾਅਦ ਕੀ ਹੋ ਸਕਦਾ? ਉਸ ਤੋਂ ਬਾਅਦ ਤੁਹਾਡਾ ਉਹ ਯੂਨਿਟ ਕਿਤੇ ਵੇਕੈਂਟ ਹੀ ਨਾ ਰਹਿ ਜਾਵੇ, ਫਿਰ ਸਗੋਂ ਉਹ ਡੈਪਰੀਸ਼ੀਏਟ ਕਰੂੰਗਾ ਤੁਹਾਡੀ ਪ੍ਰਾਪਰਟੀ, ਕਿਉਂਕਿ ਜਿਹੜੇ ਬੰਦੇ ਨੇ ਪ੍ਰਾਪਰਟੀ ਲੈਣੀ ਆ ਉਹ ਕਹੂੰਗਾ ਵੀ ਹੁਣ ਅੱਜ ਦੀ ਦੇਖੋ, ਅੱਜ ਮਾਰਕੀਟ ਜੋ ਹੈਗੀ ਆ 10 ਸਾਲ ਪਹਿਲੇ ਕਿਸੇ ਨੇ ਸੋਚਿਆ ਨਹੀਂ ਸੀ ਇੱਦਾਂ ਦੀ ਹੋਊਗੀ। ਅੱਜ ਤੋਂ 5-10 ਸਾਲ ਬਾਅਦ ਕੀ ਹੋਣਾ ਕਿਸੇ ਨੂੰ ਨਹੀਂ ਪਤਾ। ਹੁਣ ਇਹ ਵੀ ਹੋ ਸਕਦਾ ਨਾ ਕਿ ਕੀ ਪਤਾ ਮਾਰਕੀਟ ਵੈਲਿਊ ਉਸ ਦੇ ਔਨ ਡਾਊਨ ਦਾ ਰੋਡ ਜਿਹੜਾ ਬੰਦਾ ਡੀਟੈਚ ਲੈ ਰਿਹਾ ਉਹ ਕਹਿੰਦਾ ਮੈਨੂੰ ਬੈਕਯਾਰਡ ਚਾਹੀਦਾ ਹੀ ਆ ਕਿ ਮੇਰੀ ਫੈਮਿਲੀ ਹੈ ਕੁਛ ਵੀ। ਅੱਜ ਨੈਰੇਟਿਵ ਤੁਸੀਂ ਹੁਣ ਮੰਨ ਲਓ ਕਿ ਹਾਰਡਸ਼ਿਪ ਸਾਰਿਆਂ ਨਾਲ ਹੋਈ ਹੈ ਕਿ ਤੁਹਾਡੀ ਜਿਹੜੀ ਆਪਣੀ ਪੇਮੈਂਟ ਆ ਉਹ ਜ਼ਿਆਦਾ ਵੱਧ ਗਈ ਆ, ਪਰ ਆਉਣ ਦੇ ਟਾਈਮ ਦੇ ਵਿੱਚ ਜਦੋਂ ਚੀਜ਼ਾਂ ਸਟੇਬਲਾਈਜ਼ ਹੋ ਜਾਂਦੀਆਂ ਨੇ, ਰਾਈਟ, ਹੁਣ ਇਹ ਵੀ ਹੋ ਸਕਦਾ ਕਿ ਤੁਹਾਡੀ ਜਿਹੜੀ ਡਿਮਾਂਡ ਘਰ ਦੀ ਘੱਟ ਜਾਵੇ, ਬਿਕੋਜ਼ ਅਗਲਾ ਕਹਿੰਦਾ ਯਾਰ ਮੈਨੂੰ ਬੈਕਯਾਰਡ ਤਾਂ ਚਾਹੀਦਾ, ਦੈਟਸ ਵਾਈ ਆਮ ਬਾਇੰਗ ਡੀਟੈਚ ਹਾਊਸ। ਹੁਣ ਉਹਦੇ ਵਿੱਚ ਵੀ ਸਪੇਸ ਨਹੀਂ ਤੁਹਾਡੇ ਕੋਲ ਹੈਗੀ, ਤਾਂ ਉਹ ਕਹਿੰਦਾ ਮੈਂ ਕਿਉਂ ਬਾਏ ਕਰਾਂ ਇਹ। ਦੇਖੋ ਮੈਨੂੰ ਮੇਰਾ ਇੱਕ ਬਹੁਤ ਵਧੀਆ ਫਰੈਂਡ ਆ, ਮੈਂ ਉਹਨੂੰ ਵੈਸੇ ਹੀ ਕਿਹਾ, ਮੈਂ ਕਿਹਾ ਵੀ ਹੁਣ ਤੂੰ ਪੱਕਾ ਹੋ ਗਿਆ, PR ਹੋ ਗਿਆ, ਅਤੇ ਹੁਣ ਤੂੰ ਘਰ ਲੈ ਲਾ, ਕਿ ਤੂੰ ਸਟਾਰਟਿੰਗ ਇੱਦਾਂ ਕਰ, ਕੋਂਡੋ ਤੋਂ ਸ਼ੁਰੂ ਕਰ ਲਾ, 5-6 ਲੱਖ ਦਾ ਕੋਂਡੋ ਆ ਜਾਂਦਾ, ਅਤੇ ਉਸ ਤੋਂ ਬਾਅਦ ਤੂੰ ਆਪਣਾ ਜਦੋਂ ਪੈਸੇ ਨਿਕਲੇ ਅਪਸਾਈਜ਼ ਕਰਦੀ, ਜਿੱਦਾਂ ਆਪਾਂ ਗੱਲਾਂ ਕਰਦੇ ਹੁੰਦੇ ਹਾਂ, ਰਾਈਟ, ਗੁੱਡ ਵੇ ਨਾ। ਅਤੇ ਉਹ ਕਹਿੰਦਾ ਦੇਖੋ ਅਸੀਂ ਪੰਜਾਬ ਤੋਂ ਆਏ ਹਾਂ, ਅਸੀਂ ਪਿੱਛੇ ਪਿੰਡਾਂ 'ਚ ਰਹੇ ਹਾਂ, ਅਸੀਂ ਖੁੱਲ੍ਹੇ ਘਰਾਂ 'ਚ ਰਹੇ ਹਾਂ, ਕਿ ਆਪਾਂ ਕੋਂਡੋ 'ਚ ਨਹੀਂ ਰਹਿ ਸਕਦੇ, ਆਪਾਂ ਘਰ 'ਚ ਹੀ ਰਵਾਂਗੇ, ਬੈਕਯਾਰਡ ਹੋਵੇ। ਸੋ ਇਹ ਮੈਂਟੈਲਿਟੀ ਹਰ ਬੰਦੇ ਦੀ ਆ ਕਿ ਖੁੱਲ੍ਹੇ ਰਹੀਏ, ਬੈਕਯਾਰਡ ਹੋਵੇ। ਹੁਣ ਆਪਾਂ ਗੱਲ ਕਰੀਏ ਉਹ 'ਚ ਗਾਰਡਨ ਸਵੀਟ ਬਣ ਗਿਆ, ਫਿਰ ਤਾਂ ਬੰਦਾ ਕਹਿੰਦਾ ਮੈਂ ਮਿਲੀਅਨ ਕਦੇ ਖਰਚਾ, ਫਿਰ ਮੈਂ 5 ਲੱਖ ਖਰਚ ਕੇ ਮੈਂ ਕੋਂਡੋ ਰਹਿ ਲੈਂਦਾ। ਹਾਂ ਨਹੀਂ ਉਹੀ ਤਾਂ ਚੀਜ਼ ਮੈਂ ਗੱਲ ਕਰ ਰਿਹਾ ਨਾ। ਹੁਣ ਮੰਨ ਲਓ ਕਿ ਹੁਣ ਤਾਂ ਪੇਮੈਂਟ ਵਧੀ ਹੋਈ ਹੈ, ਇੰਟਰਸਟਡ ਜ਼ਿਆਦਾ ਆ, ਕੱਲ੍ਹ ਨੂੰ ਮਾਰਕੀਟ ਕਰੈਕਟ ਹੋ ਜਾਂਦੀ। ਹੁਣ ਮੰਨ ਲਓ ਜੇ ਅੱਜ ਤੁਸੀਂ ਤੱਤੇਕਾ ਚੀਜ਼ਾਂ ਨੂੰ ਲੈ ਕੇ ਕਰ ਲੈਂਦੇ ਹੋ, ਘਰ ਦੇ ਵਿੱਚ ਸਵੀਟ ਵੀ ਬਣਾ ਲੈਂਦੇ ਹੋ, ਰਾਈਟ, ਪਰ ਉਸ ਤੋਂ ਬਾਅਦ ਐਂ ਹੁੰਦਾ ਕਿ ਜ਼ਿਆਦਾ ਤੁਹਾਨੂੰ ਫਿਰ ਸਵੀਟ ਤੋਂ ਚੁਕਾਉਣਾ ਪੈਣਾ ਵਾ, ਰਾਈਟ। ਹੁਣ ਮੰਨ ਲਓ ਕਿ ਤੁਹਾਡੀ ਘਰ ਦੀ ਵੈਲਿਊ ਹੁਣ ਆਪਾਂ ਤਾਂ ਸੋਚ ਰਹੇ ਕਿ ਸ਼ਾਇਦ ਵੱਧ ਜੂਗੀ, ਕੀ ਪਤਾ ਉਹ ਆਪੋਜ਼ਿਟ ਹੋ ਜਾਵੇ। ਜਿਹੜਾ ਬੰਦੇ ਦੀ ਡੀਟੈਚ ਦੀ ਫੀਲਿੰਗ ਹੈਗੀ, ਜਿੱਥੇ ਉਹਨੂੰ ਡੀਟੈਚ ਮਿਲ ਉਹ ਤਾਂ ਬੰਦ ਹੀ ਹੋ ਜਾਣੀ ਤੁਹਾਡੀ ਡੀਟੈਚ ਦੀ, ਰਾਈਟ, ਕੁਝ ਉੱਥੇ ਸਵੀਟ ਤੁਸੀਂ ਦੇਖੋਗੇ ਅਗਲਾ ਕਹਿੰਦਾ ਇਸ ਤੋਂ ਇਲਾਵਾ ਤਾਂ ਮੈਂ ਕੋਂਡੋ ਲੈ ਲਾਂ, ਕੁਝ ਰਹਿ ਤਾਂ ਤੁਸੀਂ ਉੱਪਰਲੀ ਸਪੇਸ 'ਚ ਹੀ ਰਹੇ ਹੋ। ਇਹ ਜੇ ਸੋਹਣੀ ਕਿ ਥੋੜੀ ਵੱਡੀ ਹੈਗੀ ਅਤੇ 2 ਸਟੋਰੀ ਹੈ, ਰਾਈਟ। ਸੋ ਇਹ ਚੀਜ਼ਾਂ ਦਾ ਵੀ ਫਰਕ ਪੈਂਦਾ, ਕੀ ਪਤਾ ਉਹ ਐਂ ਨਾ ਹੋਵੇ ਕਿ ਹੁਣ ਅੱਜ ਦੇ ਜਿਹੜੇ ਪਰਸਪੈਕਟਿਵ ਨਾਲ ਲੋਕ ਵੇਚ ਰਹੇ ਹੈਗੇ, ਤੁਹਾਡੀ ਜਿਹੜੀ ਘਰ ਦੀ ਵੈਲਿਊ ਵਾਜੂ ਉਹ ਕਦੇ ਪੁੱਠੀ ਨਾ ਪੈ ਜਾਵੇ ਕਿ ਹਾਂ ਕਦੇ ਕੋਂਡੋ ਮਹਿੰਗੇ ਹੋ ਜਾਣ, ਫਿਰ ਰਾਈਟ ਇਹ ਥੱਲੇ ਆ ਜਾਵੇ, ਰਾਈਟ। ਫਿਰ ਉਹੀ ਹੈ ਨਾ ਕਿ ਜਿਹੜੇ ਹੁਣ ਮੰਨ ਲਓ ਘਰ ਦੇ ਵਿੱਚ ਬੈਕਯਾਰਡ ਸਵੀਟ ਬਣਿਆ ਹੋਇਆ, ਅਗਲਾ ਕਹਿੰਦਾ ਕਿ ਯਾਰ ਮੇਰਾ ਡੀਟੈਚ ਤਾਂ ਲੈਣਾ ਵਾ ਨਾ
ਕਿ ਜੇ ਮੈਨੂੰ ਘਰ ਦੇ ਪਿੱਛੇ ਬੈਕਯਾਰਡ ਚਾਹੀਦਾ ਆ, ਮੈਨੂੰ ਫੀਲਿੰਗ ਆਵੇ ਕਿ ਹਾਂ ਮੈਂ ਡੀਟੈਚ ਘਰ ਦੇ ਵਿੱਚ ਰਹਿ ਰਿਹਾ ਵਾਂ। ਨਾਲੇ ਵੈਲਿਊ ਦੀ ਆਪਾਂ ਗੱਲ ਕਰੀਏ ਅੱਜ ਦੀ ਡੇਟ 'ਚ ਤਾਂ ਜੇ ਆਪਾਂ ਇਹ ਚੀਜ਼ ਨਾ ਹੀ ਵੈਲਿਊ ਦਾ ਡਿਸਕਸ ਕਰੀਏ, ਜਿੱਦਾਂ ਦੇ ਗਵਰਨਮੈਂਟ ਨੇ ਸਿਸਟਮ ਕਰਤਾ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਨਾਲ ਜਾਂ ਜੋ ਵੀ ਕਰਕੇ, ਆਈ ਡੋਂਟ ਥਿੰਕ ਕਿ ਹੁਣ ਕਿਸੇ ਵੀ ਬੰਦੇ ਦਾ ਉਹ ਟਾਈਮ ਹੈਗਾ ਕਿ ਆਪਾਂ ਅੱਜ ਘਰ ਲਿਆ ਜੀ 6 ਮਹੀਨੇ ਬਾਅਦ ਵੇਚਤਾ, ਉਹ ਤਾਂ ਟਾਈਮ ਨਹੀਂ ਰਿਹਾ, ਰਾਈਟ। ਤੇ ਆਪਾਂ ਵੈਲਿਊ ਦੀ ਐਡ ਤਾਂ ਵੈਲਿਊ ਦੀ ਗੱਲ ਆਪਾਂ ਉਦੋਂ ਕਰਦੇ ਹੁੰਦੇ ਹਾਂ ਜਦੋਂ ਮਾਰਕੀਟ ਆਪਾਂ ਕਿਸੇ ਘਰ ਨੂੰ ਫਲਿੱਪ ਕਰਨਾ, ਬੇਸਿਕਲੀ ਜਦੋਂ ਆਪਾਂ ਰਹਿਣਾ ਹੈ ਘਰ ਦੇ ਵਿੱਚ। ਜਦੋਂ ਤੁਸੀਂ ਘਰ ਲੈ ਰਹੇ ਆ ਤਾਂ ਅਫੋਰਡੇਬਿਲਿਟੀ ਤੁਹਾਨੂੰ ਪਹਿਲੇ ਹੀ ਦੇਖਣੀ ਚਾਹੀਦੀ ਆ, ਕਿਉਂਕਿ ਤੁਸੀਂ ਘਰ ਉਹ ਤੁਹਾਡੀ ਗੱਲ ਸਹੀ ਆ, ਨਹੀਂ ਤਾਂ ਬੈਟਰ ਕੋਂਡੋ ਲੈ ਲਓ, ਹੈ ਨਾ। ਹੁਣ ਤੁਸੀਂ ਆਪ ਦੇਖੋ, ਤੁਸੀਂ ਆਪ ਜਦੋਂ ਰਹੋਗੇ ਉੱਥੇ ਘਰ ਜਾ ਕੇ, ਤੁਹਾਨੂੰ ਤੁਹਾਡੇ ਦਿਮਾਗ 'ਚ ਇਹੀ ਹੋਣਾ ਕਿ ਮੈਂ ਪਿੱਛੇ ਜਾ ਕੇ ਬੈਠਾਂ ਕਿ ਨਾ ਬੈਠਾਂ, ਰਾਈਟ। ਕਿ ਮੈਂ ਆਪਣੇ ਘਰ ਦੇ ਨਾਲ ਕਿੱਥੇ ਬੈਠਾਂ, ਮੌਸਮ ਬੜਾ ਵਧੀਆ, ਮੈਂ ਕਿੱਥੇ ਜਾਵਾਂ। ਫਿਰ ਤੁਸੀਂ ਪਾਰਕ 'ਚ ਜਾਓਗੇ, ਆਪਣਾ ਘਰ ਤੁਹਾਡਾ ਹੈਗਾ ਮਿਲੀਅਨ ਦਾ, ਪਰ ਤੁਸੀਂ ਪਾਰਕ 'ਚ ਬੈਠਣ ਜਾ ਰਹੇ ਆ ਸਿਰਫ ਸਨ ਲੈਣ ਲਈ, ਕਿੱਥੇ ਤੁਸੀਂ ਪਿੱਛੇ ਬੈਕਯਾਰਡ 'ਚ ਬਹਿੰਦੇ ਸੀ, ਰਾਈਟ। ਤੁਹਾਡੇ ਘਰ ਦੇ ਇੰਡੀਆ ਤੋਂ ਆਉਂਗੇ, ਕੁਐਸਚਨ ਤੁਹਾਨੂੰ ਕਰੋਗੇ ਵੀ ਮਤਲਬ ਰਾਈਟ ਹੋ ਸਕਦੀ ਜੀ ਨਹੀਂ 100% ਇਹ ਚੀਜ਼ਾਂ, ਇਹ ਤਾਂ ਚਲੋ ਡਿਸਕਸ਼ਨ ਤੋਂ ਬਾਅਦ ਹੀ ਕੁਛ ਨਾ ਕੁਛ ਹੁੰਦੇ ਆ ਕਿ ਤੁਹਾਡੇ ਕੀ ਵਿਚਾਰ ਹੈ। ਆਈ ਮੀਨ ਹਰ ਇੱਕ ਦੀ ਆਪਣੀ ਆਪਣੀ ਓਪੀਨੀਅਨ ਹੁੰਦੀ ਹੈ। ਮੰਨ ਲਓ ਆਪਾਂ ਕਿਸੇ ਦੇ ਪੈਰ ਸ਼ੂ ਦੇ ਵਿੱਚ ਪੈਰ ਨਹੀਂ ਪਾ ਕੇ ਦੇ ਸਕਦੇ, ਮੰਨ ਲਓ ਕਿ ਹਰ ਇੱਕ ਦੀ ਸਿਚੁਏਸ਼ਨ ਇੰਟਰਸਟਡ ਨੇ ਬਹੁਤ ਵੇਰੀ ਕਰ ਦਿੱਤੀ ਹੈ ਸ਼ਾਰਟ ਰਨ ਦੇ ਵਿੱਚ ਹੀ, ਰਾਈਟ। ਹੁਣ ਕੀ ਹੁੰਦਾ ਡਾਊਨ ਦਾ ਰੋਡ ਕਿੱਦਾਂ ਚੰਗਾ ਲੈ ਕੇ ਆਉਂਦੀ ਕਿਸੇ ਸਿਟੀ ਲਈ ਔਰ ਕਿਸੇ ਪਰਿਵਾਰ ਲਈ, ਹੈ ਨਾ, ਉਹ ਤਾਂ ਥੋੜ੍ਹਾ ਤੁਹਾਨੂੰ ਬਾਅਦ 'ਚ ਹੀ ਪਤਾ ਲੱਗਦਾ ਇਹ ਚੀਜ਼ਾਂ ਦਾ। ਸੋ ਦੇਖਦੇ ਹਾਂ ਬਾਕੀ ਕੀ ਬਣਦਾ, ਪਰ ਫॉर ਨਾਓ ਤਾਂ ਜਿਹੜਾ ਹੈਗਾ ਆ ਚੀਜ਼ਾਂ ਸਹੀ ਚੱਲ ਰਹੀਆਂ ਨੇ ਤੇ ਕਈਆਂ ਦੀ ਹੈਲਪ ਵੀ ਹੋ ਰਹੀ ਹੈ। ਜੇ ਹੁਣ ਕਿਸੇ ਦਾ $1700-1800 ਦੀ ਇਨਕਮ ਬਣ ਜਾਂਦੀ ਹੈ ਐਬਸੋਲੂਟਲੀ, ਤਾਂ ਆਪਾਂ ਨੂੰ ਤਾਂ ਮੇਨ ਚੀਜ਼ ਇਹ ਹੈ ਕਿ ਆਪਾਂ ਵੀ ਇਸ ਕਮਿਊਨਿਟੀ ਦੇ ਹਿੱਸਾ ਹੈਗੇ ਆ। ਜਦੋਂ ਫਾਈਨੈਂਸ਼ੀਅਲੀ ਸਟਰੈਸ ਆਉਂਦਾ, ਸਭ ਤੋਂ ਮਾੜਾ ਸਟਰੈਸ ਫਾਈਨੈਂਸ਼ੀਅਲ ਸਟਰੈਸ ਆ। ਸੋ ਸਾਨੂੰ ਹੈ ਕਿ ਵਧੀਆ ਕਿ ਲੋਕਾਂ ਦਾ ਸਿਸਟਮ ਵਧੀਆ ਹੋ ਰਿਹਾ, ਪਰ ਆਪਣਾ ਮੇਨ ਮਕਸਦ ਆ ਗੱਲ ਕਰਨ ਦਾ ਕਿ ਇਸ ਚੀਜ਼ ਨੂੰ ਤੁਸੀਂ ਇੱਕ ਆਪਣਾ ਕਲਚਰ ਨਾ ਬਣਾ ਲਓ। ਇਟ ਮੀਨ ਟੂ ਸੇ ਕਿ ਕਿਤੇ ਇਹ ਚੀਜ਼ ਪਰਮਾਨੈਂਟ ਨਾ ਹੋ ਜਾਵੇ ਕਿ ਇਸੇ ਚੀਜ਼ ਦੇ ਆਧਾਰ 'ਤੇ ਹੁਣ ਮੋਰੇ ਫਿਊਚਰ ਹਾਊਸਿੰਗ ਇੱਦਾਂ ਹੀ ਹੋਵੇ। ਫਿਰ ਤਾਂ ਇੱਕ ਟਾਈਮ 'ਤੇ ਉਹ ਆ ਜਾਣਾ ਜਦੋਂ ਬਿਲਡਰ ਨੇ ਕਹਿਣਾ ਕਿ ਆਪਾਂ ਤੁਹਾਨੂੰ ਹੁਣ ਜਿੱਦਾਂ ਅੱਜ ਕੱਲ੍ਹ ਬਿਲਡਰ ਕਰਦੇ ਆ ਕਿ 1.3 ਮਿਲੀਅਨ ਦਾ ਘਰ ਦੇ ਰਹੇ ਹਾਂ ਬੇਸਮੈਂਟ ਬਣਾ ਕੇ, ਕਿਤੇ ਉਹ ਟਾਈਮ ਨਾ ਆ ਜਾਵੇ ਉਹ ਕਹੇ ਮੈਂ ਗਾਰਡਨ ਸਵੀਟ ਵੀ ਨਾਲ ਬਣਾ ਕੇ ਦੇ ਰਿਹਾ। ਹੌਲੀ ਹੌਲੀ ਹੋ ਸਕਦਾ ਹੈ, ਬਿਕਾਜ਼ ਯੂ ਨੈਵਰ ਨੋ ਫਿਊਚਰ ਕਿੱਦਾਂ ਦੀਆਂ ਚੀਜ਼ਾਂ ਲੈ ਕੇ ਆਉਂਦਾ ਹੈ। ਪਰ ਥੈਂਕ ਯੂ ਸੋ ਮਚ ਫॉर ਯੂਰ ਟਾਈਮ, ਹੈ ਨਾ, ਕਿ ਬੜਾ ਚੰਗਾ ਲੱਗਿਆ ਗੱਲ ਕਰਕੇ ਕਿ ਚਲੋ ਤੁਸੀਂ ਡਿਸਕਸ ਕਰਦੇ ਆ ਚੰਗੇ ਪੁਆਇੰਟ ਦੀ, ਐਂਡ ਕਈ ਵਾਰ ਤੁਹਾਡੇ ਆਪਣੇ ਹੋਰ ਓਪੀਨੀਅਨ ਵੀ ਹੁੰਦੇ ਜਿਹੜੇ ਬੰਦੇ ਨੂੰ ਯਾਰ ਕਿ ਹਾਂ ਇਹ ਵੀ ਗੱਲ ਹੋ ਸਕਦੀ ਹੈ। ਡਿਸਕਸ਼ਨ ਦਾ ਮੈਂ ਵੀ ਆਪਣਾ ਪੁਆਇੰਟ ਹਮੇਸ਼ਾ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਹੁੰਦਾ, ਆਪਣਾ ਮੇਨ ਪੁਆਇੰਟ ਹੁੰਦਾ ਕਿ ਆਪਾਂ ਡਿਸਕਸ਼ਨ ਕਰੀਏ। ਹੈਲਥੀ ਡਿਸਕਸ਼ਨ ਬੜੀ ਜ਼ਰੂਰੀ ਆ ਜੇ ਆਪਾਂ ਕਿਸੇ ਵੀ ਚੀਜ਼ ਨੂੰ ਗਰੋ ਕਰਨਾ ਹੈ ਗੁੱਡ ਵੇ ਨਾਲ। ਸੋ ਕੋਈ ਵੀ ਆਪਾਂ ਗੱਲ ਕਰਦੇ ਹਾਂ, ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਕੋਈ ਪਰਟੀਕੂਲਰ ਲਾਈਕ ਐਜ਼ ਸੱਚ। ਆਪਾਂ ਨੂੰ ਹੁੰਦਾ ਹੈ ਕਿ ਜਸਟ ਵੀ ਮੇਕ ਸ਼ੋਰ ਕਿ ਜਿਹੜਾ ਫਿਊਚਰ ਆ ਉਹ ਵਧੀਆ ਰਵੇ ਸਾਡੇ ਲਈ ਵੀ ਸਾਰਿਆਂ ਲਈ ਵੀ। ਥੈਂਕ ਯੂ ਸੋ ਮਚ ਪਵਨ, ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਐਵਰੀਬਡੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ, ਡਿਸਕਸ਼ਨ ਲੱਗੀ, ਪਲੀਜ਼ ਲੀਵ ਦ ਕਮੈਂਟ ਬਿਲੋ ਔਰ ਸਬਸਕ੍ਰਾਈਬ ਐਂਡ ਦੈਨ ਲਾਈਕ ਦ ਵੀਡੀਓ ਐਂਡ ਦੈਨ ਸ਼ੇਅਰ ਵਿਦ ਸਮਬਡੀ ਐਲਸ ਹੂ ਇਜ਼ ਥਿੰਕਿੰਗ ਟੂ ਬਾਏ ਗਾਰਡਨ ਸਵੀਟ। ਐਂਡ ਜੇ ਕਿਸੇ ਦੀ ਇਸ ਡਿਸਕਸ਼ਨ ਤੋਂ ਜਾਂ ਇਸ ਪੁਆਇੰਟਸ ਦੇ ਤੋਂ ਹੈਲਪ ਹੋ ਜਾਂਦੀ ਹੈ ਤਾਂ ਆਈ ਥਿੰਕ ਕਿ ਵੀ ਆਰ ਡੂਇੰਗ ਗੁੱਡ ਜੌਬ। ਐਂਡ ਥੈਂਕ ਯੂ ਸੋ ਮਚ ਐਂਡ ਹੈਵ ਅ ਗ੍ਰੇਟ ਡੇ। ਥੈਂਕ ਯੂ, ਬਾਏ।